ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਸ੍ਰੀ ਅਰਜਨ ਠੰਡੇ ਹੋਇ ਕੇ ਮਧੁਰ ਬਾਕਤੇ ਆਦਰ ਕੈ ਕੈ ਸਕਲ ਬੈਠਾਏ ਨਿਕਟ ਆਨੰਦੇ ਬੂਜਨ ਕਰੇ ਭਗਤ ਤੁਮ ਬ੍ਰਿੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਕਿ ਰੋਜ਼ ਹੀ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਨਾਮ ਮਹਾਰਸ ਦਾ ਲਾਹਾ ਪ੍ਰਾਪਤ ਕਰਦੇ ਹੋ। ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। निर्मल उदक गोविंद का नाम, मज्जन करत पूर्ण सब काम रहाओ। ये भी साध संगत है खालसा जियो। ये रामसर पावन सरोवर ये गुरु की साध संगत है। जड़ा रोज आके साध संगत करता है, नित प्रत नावण रामसर की जय। ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਝੋਲ ਝੋਲ ਕੇ ਉਨ ਮਹਾਰਸ ਨਾਮ ਅੰਮ੍ਰਿਤ ਨੂੰ ਛਕਦਾ ਹੈ। ਨਿਰਮਲ ਉਦਕ ਗੋਬਿੰਦ ਕਾ ਨਾਮ, ਮੱਚਨ ਕਰਤ ਪੂਰਨ ਸਭ ਕਾਮ ਰਹਾਉ। ਸੰਤ ਸੰਗ ਤਹਿ ਗੋਸ਼ਟ ਹੋਏ, ਕੋਟ ਜਨਮ ਕੇ ਕਿਲਵਿਕ ਹੋਏ। ਸਿਮਰੈ ਸਾਧ ਕਰੈ ਆਨੰਦ, ਮਨ ਤਨ ਰਵਿਆ ਪਰਮਾਨੰਦ। ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ, ਨਾਨਕ ਦਾਸ ਤਿਸ ਹੈ ਕੁਰਬਾਨ। ਇਹ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਨਾਮ ਨਿਧਾਨ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਖਾਲਸਾ ਜੀਓ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ, ਅਸੀਂ ਕੁਰਬਾਨ ਜਾਈਏ ਐਸੀ ਸਾਧ ਸੰਗਤ ਤੋਂ, ਐਸੇ ਗੁਰੂ ਕੇ ਪਿਆਰਿਆਂ ਤੋਂ ਜਿਹੜੇ ਰੋਜ਼ ਨਾਮ ਦਾ ਲਾਹਾ ਪ੍ਰਾਪਤ ਕਰਦੇ ਹਨ। ਇਹੀ ਰਾਮਸਰ ਇੱਕ ਪਾਵਨ ਸਰੋਵਰ ਹੈ ਸਾਧ ਸੰਗਤ। ਇਹੀ ਰਾਮਸਰ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਹੈ ਖਾਲਸਾ ਜੀਓ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾਈ। ਆਦਿ ਗ੍ਰੰਥ ਸਾਹਿਬ ਦੀ ਪੋਥੀ ਪਰਮੇਸ਼ਰ ਕਾ ਥਾਨ, ਉੱਥੇ ਮਹਾਰਾਜ ਜੀ ਨੇ 4 ਪੋਥੀਆਂ ਉਹਨੂੰ ਪ੍ਰਕਾਸ਼ਿਤ ਕੀਤਾ। ਭਾਈ ਗੁਰਦਾਸ ਜੀ ਉਹ ਬਾਣੀ ਲਿਖ ਰਹੇ ਹਨ ਖਾਲਸਾ ਜੀਓ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਲਿਖਵਾਈ। ਮੂਲ ਮੰਤਰ ਇੱਥੋਂ ਗੱਲ ਸ਼ੁਰੂ ਕੀਤੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ। ਅੱਗੇ ਮਹਾਰਾਜ ਤੁਰੀ ਜਾ ਰਹੇ ਹਨ। ਇਹ ਮਹਾਰਾਜ ਜੀ ਮੰਗਲਾ ਚਰਨ ਲਿਖਵਾ ਕੇ ਫਿਰ 4.5 ਪੌੜੀਆਂ ਲਿਖੀਆਂ ਖਾਲਸਾ ਜੀ ਪਰਮਾਤਮਾ ਦੀ ਵਡਿਆਈ ਦੀਆਂ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਇਥੋਂ ਲੈ ਕੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਇੱਥੇ ਤੱਕ ਇਹ 4.5 ਪੌੜੀਆਂ ਬਣਦੀਆਂ ਹਨ ਖਾਲਸਾ ਜੀਓ, ਜਿਸ ਵਿੱਚ ਸੁਣਨ ਦੀ ਮਹਿਮਾ ਅੱਗੇ ਮਹਾਰਾਜ ਬਿਆਨ ਕਰਨਗੇ। ਪਰ ਇੱਥੇ ਕੀ ਦੱਸਿਆ ਕਿ ਪ੍ਰਮਾਤਮਾ ਕਿਤਨਾ ਵੱਡਾ ਹੈ, ਉਹਦਾ ਹੁਕਮ ਕਿੱਥੇ ਕਿੱਥੇ ਚੱਲਦਾ ਹੈ ਖਾਲਸਾ ਜੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ।
ਗਾਵੇ ਕੋ ਤਾਣ ਹੋਵੇ ਕਿਸੈ ਤਾਣ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਇਹ ਮਹਾਰਾਜ ਜੀ ਨੇ 4.5 ਪੌੜੀਆਂ ਬਿਆਨ ਕਰਕੇ ਉਪਰੰਤ ਗੁਰੂ ਦੀ ਮਹਿਮਾ ਬਿਆਨ ਕੀਤੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਇੱਥੇ ਕਈ ਕਹਿੰਦੇ ਬ੍ਰਹਮਾ ਗੁਰ, ਬਰਮਾ ਪਾਠ ਹੈ, ਪੈਰ ਚ ਰਹਾਹਾ ਨਹੀਂ ਹੈ ਖਾਲਸਾ ਜੀ। ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਉਪਰੰਤ ਤੀਰਥ ਨਾਵਾ ਇਹ ਪੌੜੀ ਉਚਾਰਨ ਕਰਕੇ ਇਹ 6 ਪੌੜੀਆਂ 4.5 ਪੌੜੀਆਂ ਤੇ 1.5 ਪੌੜੀਆਂ ਗੁਰੂ ਦੀ ਵਡਿਆਈ ਦੀਆਂ। ਉਪਰੰਤ ਇੱਕ ਪੌੜੀ ਹੈ ਬੈਰਾਗਮਈ ਪੌੜੀ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਇਸ ਪੌੜੀ 'ਚ ਇਹ ਦਰਸਾਇਆ ਗਿਆ ਹੈ ਕਿ ਐ ਮਨਾ ਤੇਰੀ ਉੱਪਰ ਕਿਤਨੀ ਵੀ ਹੋ ਜਾਵੇ, ਤੇਰੀ ਆਯੂ ਤੇਰੇ ਸਰੀਰ ਦੀ ਉਮਰ ਭਾਵੇਂ ਲੱਖਾਂ ਸਾਲ ਹੋ ਜਾਵੇ, ਜੇ ਜੁਗ ਚਾਰੇ ਯਾਰ ਜਾ 43,20,000 4 ਜੁਗਾਂ ਦੀ ਉਮਰ ਹੁੰਦੀ ਖਾਲਸਾ ਜੀ। 43,20,000 ਹੋਰ ਦਸੂਣੀ ਹੋਏ 10 ਗੁਣਾ ਇੱਕ ਬਿੰਦੂ ਹੋਰ ਲਾ ਲਓ ਖਾਲਸਾ, 0 ਲਾ ਲਓ, ਕਿਤਨਾ ਬਣ ਗਿਆ 4 ਕਰੋੜ। ਇਤਨੀ ਉਮਰ ਹੋ ਜਾਵੇ ਖਾਲਸਾ, ਇਸ ਤੋਂ ਵੱਧ 4.5 ਕਰੋੜ ਲਗਭਗ ਬਣਦੀ ਹੈ। ਇਤਨੀ ਉਮਰ ਹੋ ਜਾਵੇ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਕਿ ਇਤਨੀ ਉਮਰ ਹੋ ਗਈ, ਬੜਾ ਵੱਡਾ ਨਾਮ ਰਖਾ ਲਿਆ, MLA ਜੀ ਉਹ ਛੱਡੋ, MP ਰਾਸ਼ਟਰਪਤੀ, ਦੁਨੀਆ ਦਾ ਮਹਾਰਾਜਾ ਸਿਕੰਦਰ ਬਾਦਸ਼ਾਹ ਮਹਾਰਾਜਾ ਬਣਿਆ, ਚੱਕਰਵਰਤੀ ਰਾਜਾ ਬਣਿਆ, ਪਰ ਕੀ ਹੋਇਆ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ। ਕਿ ਜੇ ਉਹਦੀ ਬਖਸ਼ਿਸ਼ ਨਾ ਹੋਈ ਨਾ, ਉਹਦੀ ਨਿਗਾਹ ਚ ਨਾ ਆਇਆ ਨਾ, ਕੀਟਾ ਅੰਦਰ ਕੀਟ ਕਰ, ਉਹ ਕੀੜਿਆਂ ਚੋਂ ਕੀੜਾ ਬਣਦਾ ਹੈ। ਖੜ ਕੀੜੇ ਬੜੇ ਲੱਖਾਂ ਕੀੜੇ ਸਾਡੇ ਸਾਹਮਣੇ ਤੁਰਦੇ ਨੇ, ਸਾਡੇ ਪੈਰਾਂ ਥੱਲੇ ਆਉਂਦੇ, ਰੱਬ ਦੇ ਪੈਰਾਂ ਥੱਲੇ ਅਸੀਂ ਕੀੜੇ ਹੀ ਆ ਖਾਲਸਾ ਜੀ। ਸਾਨੂੰ ਇਹ ਦੋਸ਼ ਮਿਲਣਾ ਹੈ, ਅਸੀਂ ਇਹ ਦੋਸ਼ ਵਾਲੇ ਆ ਖਾਲਸਾ ਜੀ। ਇਹ ਬੈਰਾਗਮਈ ਸੰਕੇਤ ਦੇ ਕੇ ਮਹਾਰਾਜ ਨੇ ਉਪਰੰਤ ਸੁਣਨ ਦੀ ਮਹਿਮਾ ਬਿਆਨ ਕੀਤੀ ਹੈ। ਸੁਣਿਐ ਸਿੱਧ ਪੀਰ ਸੁਰਨਾਥ। ਦੇਖੋ ਇੱਕ ਇੱਕ ਕਰ ਧਿਆਨ ਨਾਲ ਪੜੋਗੇ ਆਪੇ ਸ਼ਬਦ ਦਾ ਉਚਾਰਨ ਠੀਕ ਹੋ ਜਾਏਗਾ। ਸੁਣਿਐ, ਇੱਥੇ ਜਿਹੜਾ ਪਾਠ ਹੈ ਅਸੀਂ ਕਹਿੰਦੇ ਸੁਣੀਐ ਨਹੀਂ, ਭਾਈ ਨਾਣੇ ਨੂੰ ਸਿਹਾਰੀਏ। ਸੁਣਿਐ ਉੱਥੇ ਐ ਹੈ ਤੇ ਸੁਣੀਏ ਨਹੀਂ, ਸੁਣਿਐ ਐੜੇ ਨੂੰ ਦੁਲਾਵਾ ਹੈ। ਸੁਣਿਐ ਸਿੱਧ ਪੀਰ ਸੁਰਨਾਥ ਇਹ ਪਹਿਲੀ ਪੌੜੀ। ਸੁਣਿਐ ਈਸਰ ਬਰਮਾ ਇੰਦ ਦੂਜੀ ਪੌੜੀ। ਸੁਣਿਐ ਸਤ ਸੰਤੋਖ ਗਿਆਨ ਤੀਜੀ ਪੌੜੀ। ਸੁਣਿਐ ਸਰਾ ਗੁਣਾ ਕੇ ਗਾਹ ਇਹ ਚੌਥੀ ਪੌੜੀ। ਸੁਣਨ ਦੀ ਮਹਿਮਾ ਬਿਆਨ ਕੀਤੀ ਮਹਾਰਾਜ ਨੇ ਕਿ ਸੁਣਨ ਨਾਲ ਹੁੰਦਾ ਕੀ ਹੈ। ਹੁਣ ਸੁਣਨ ਦੀ ਮਹਿਮਾ ਤੇ ਬਿਆਨ ਕਰਤੀ ਭਈ ਸੁਣਨਾ ਕੀ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣਨਾ ਇਹ ਹੁੰਦਾ ਹੈ ਕਿਸੇ ਦੀ ਆਵਾਜ਼ ਨੂੰ ਆਪਣੀ ਸੁਰਤੀ ਬਿਰਤੀ ਕਾਕਰ ਕਰਕੇ ਚੰਗੀ ਤਰ੍ਹਾਂ ਸੁਣਨਾ ਹੈ। ਹੁਣ ਇੱਕ ਸ਼ਬਦ ਹੈ ਵਾਹਿਗੁਰੂ, ਇਹ ਬੋਲਿਆ ਜਾ ਰਿਹਾ ਹੈ, ਕਿਸੇ ਦਾ ਧਿਆਨ ਇੱਧਰ ਨਹੀਂ ਆਵਾਜ਼ ਵੱਲ। ਉਹ ਕੀ ਕਹੇਗਾ, ਭਾਈ ਜੀ ਦੁਬਾਰਾ ਬੋਲੋ ਮੈਂ ਸੁਣਿਆ ਨਹੀਂ। ਉਹ ਬੰਦਾ ਕਹਿੰਦਾ ਤੂੰ ਮੇਰੇ ਕੋਲ ਬੈਠਾ ਹੈ, ਇੱਥੇ ਬੈਠਾ, ਕਹਿੰਦਾ ਬੈਠਾ ਤੇ ਮੈਂ ਇੱਥੇ ਆ ਪਰ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ, ਮੇਰਾ ਮਨ ਇੱਥੇ ਨਹੀਂ ਸੀ। ਸੁਣਨਾ ਹੁੰਦਾ ਹੈ ਮਨ ਕਰਕੇ, ਜਿਹਦਾ ਮਨ ਇਕਾਗਰ ਹੈ ਉਹ ਆਪੇ ਸੁਣਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਉਹ ਸੁਣ ਹੀ ਲੈਂਦਾ ਹੈ। ਇਹ ਮਨ ਕਰਕੇ ਸੁਣਨਾ ਹੈ। ਜਿਹਨੇ ਸੁਣ ਲਿਆ ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਦੁੱਖਾਂ ਪਾਪਾਂ ਦਾ ਜੋ ਨਾਸ਼ ਆਪੇ ਹੋ ਜਾਏਗਾ ਖਾਲਸਾ ਜੀਓ। ਫਿਰ ਅੱਗੇ ਮਹਾਰਾਜ ਜੀ ਨੇ 4 ਪੌੜੀਆਂ ਬਿਆਨ ਕੀਤੀਆਂ ਮੰਨਣ ਦੀਆਂ, ਕਿ ਵਿਸ਼ਵਾਸ ਕਰਨਾ, ਜੋ ਸੁਣਿਆ ਹੈ ਉਸ ਤੇ ਵਿਸ਼ਵਾਸ ਤਾਂ ਕਰ ਲੈ ਭਾਈ, ਤਾਂ ਹੀ ਤੇਰੇ ਦੁੱਖ ਪਾਪ ਦੂਰ ਹੋਣਗੇ। ਮੰਨੇ ਕੀ ਗਤ ਕਹੀ ਨਾ ਜਾਏ। ਫਿਰ ਅਗਲੀ ਪੌੜੀ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਮਾਰਗ ਠਾਕ ਨਾ ਪਾਏ, ਤੇ ਮੰਨੈ ਪਾਵੈ ਮੋਖ ਦੁਆਰ। ਇਹ 4 ਪੌੜੀਆਂ ਮੰਨਣ ਦੀਆਂ ਬਿਆਨ ਕੀਤੀਆਂ। ਇਸ ਤੋਂ ਬਾਅਦ ਮਹਾਰਾਜ ਜੀ ਨੇ 4 ਪੌੜੀਆਂ ਬਿਆਨ ਕੀਤੀਆਂ ਨਿਧਿਆਸਨ ਦੀਆਂ। ਸੁਣਿਆ ਮੰਨਿਆ ਮਨ ਕੀਤਾ ਭਾਓ, ਕਿ ਨਿਧਿਆਸਨ ਪ੍ਰੈਕਟੀਕਲ ਕਰਨਾ, ਬਾਰ-ਬਾਰ ਉਹਨੂੰ ਆਪਣੇ ਅੰਦਰ ਰਿਅਲਾਈਜ਼ ਕਰਨਾ, ਅਨੁਭਵ ਕਰਨਾ ਕਿ ਤੂੰ ਸਦਾ ਸਲਾਮਤ ਨਿਰੰਕਾਰ, ਕਿ ਐ ਮਨਾ ਤੂੰ ਹਮੇਸ਼ਾ ਰਹਿਣ ਵਾਲਾ ਅਕਾਲ ਪੁਰਖ ਸਰੂਪ ਹੈ। ਉਹ ਤੂੰ ਹੀ ਹੈ, ਉਹ ਤੂੰ ਹੀ ਹੈ, ਕੋਈ ਦੂਜਾ ਨਹੀਂ ਹੈ। ਬਸ ਆਖੋ ਸਤਨਾਮ। ਇੱਕ ਪੰਕਤੀ ਵਿੱਚ ਖਾਲਸਾ ਜੀਓ ਇਹ ਵੀ ਜ਼ਿਕਰ ਆਂਦਾ ਹੈ ਕਿ ਬੰਦਾ ਹੀ ਰੱਬ ਹੈ। ਬਸ ਬੰਦਾ ਹੀ ਰੱਬ ਹੈ। ਤੂੰ ਸਦਾ ਸਲਾਮਤ, ਐ ਮਨਾ ਤੂੰ ਹਮੇਸ਼ਾ ਰਹਿਣ ਵਾਲਾ, ਸਦਾ ਹਮੇਸ਼ਾ ਸਲਾਮਤ, ਸਹੀ ਸਲਾਮਤ ਰਹਿਣ ਵਾਲਾ। ਨਿਰੰਕਾਰ, ਆਕਾਰ ਤੋਂ ਬਿਨਾ ਹੈ ਤੇਰਾ ਸਰੂਪ, ਉਹ ਜੋਤ ਰੂਪ ਤੂੰ ਹੀ ਹੈ ਮਨਾ। ਇਸ ਤਰ੍ਹਾਂ ਬਾਰ-ਬਾਰ ਸਾਖਸ਼ਾਤ ਆਪਣੇ ਆਪ ਨੂੰ ਖੋਜਣਾ। ਤੇ ਇਹ ਦੱਸ ਕੇ ਮਹਾਰਾਜ ਜੀ ਨੇ ਅਗਾਂਹ ਸਾਰੀਆਂ ਪੌੜੀਆਂ ਲਿਖਵਾਈਆਂ ਤਰਤੀਬ ਅਨੁਸਾਰ। 38 ਪੌੜੀਆਂ ਤੇ ਅਖੀਰਲਾ ਸ਼ਲੋਕ ਹੈ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੇ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਇਹ ਜਪਜੀ ਸਾਹਿਬ ਦੀ ਬਾਣੀ। ਨਾਮ ਰੱਖਿਆ ਜਪ, ਕਿ ਜਿਵੇਂ ਪਰਮਾਤਮਾ ਨੂੰ ਜਾਣਨਾ ਹੈ, ਬ੍ਰਹਮ ਨੂੰ ਜਾਣਨਾ ਹੈ, ਇਸ ਬਾਣੀ ਦਾ ਜਾਪ ਕਰਕੇ ਭਾਈ ਰੱਬ ਨੂੰ ਜਾਣ ਲੋਗੇ। ਉਪਰੰਤ 100 ਦਰ ਰਾਗ ਆਸਾ ਮਹੱਲਾ ਪਹਿਲਾ, 100 ਦਰ 13 ਕਿਹਾ, ਤੇ ਫਰਕ ਹੈ ਦੋਵਾਂ ਚ। ਜਪਜੀ ਸਾਹਿਬ ਵਿੱਚ ਜਿਹੜਾ ਸੋਦਰ ਹੈ, ਰਹਿਰਾਜ ਸਾਹਿਬ ਵਿੱਚ ਜਿਹੜਾ ਸੋਦਰ ਹੈ, ਦੋਵਾਂ ਚ ਫਰਕ ਹੈ। ਤੀਜਾ ਸੋਦਰ ਹੈ ਆਸਾ ਰਾਗ ਦੇ ਆਰੰਭ ਵਿੱਚ ਖਾਲਸਾ ਜੀ। 3 ਸੋਦਰ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਆਉਂਦੇ ਹਨ। ਤਿੰਨਾਂ ਚ ਫਰਕ ਹੈ ਉਚਾਰਨ ਮਾਤਰ ਵਿੱਚ। ਸੋਦਰ ਤੋਂ ਬਾਅਦ 4 ਸ਼ਬਦ ਹੋਰ ਲਿਖਵਾਏ ਮਹਾਰਾਜ। ਕੁੱਲ 5 ਸ਼ਬਦ ਹਨ, 9 ਸ਼ਬਦ ਨਹੀਂ ਉੱਥੇ। ਆਦ ਗ੍ਰੰਥ ਸਾਹਿਬ ਵਿੱਚ 5 ਸ਼ਬਦ ਇਕੱਠੇ ਹਨ, ਉਹ 4 ਸ਼ਬਦ ਅੱਗੇ ਜਾ ਕੇ ਖਾਲਸਾ ਜੀ। ਇਸ ਕਰਕੇ 5 ਸ਼ਬਦ ਤੇ 5 ਸ਼ਬਦ ਹੈ ਸੋਹਿਲੇ ਸਾਹਿਬ ਜੀ ਦੇ ਖਾਲਸਾ ਜੀ। ਰਾਗ ਆਸਾ ਮਹੱਲਾ ਪਹਿਲਾ ਉਹ ਸਾਰੇ ਲਿਖਵਾ ਕੇ ਮਹਾਰਾਜ ਜੀ ਨੇ ਇਹ 5 ਸ਼ਬਦ ਕਾਏ ਸੋਹਿਲਾ ਸਾਹਿਬ ਦੇ। ਉਪਰੰਤ ਸ਼੍ਰੀ ਰਾਗ ਦੀ ਰਮਤਾ ਕੀਤੀ, ਜਿੱਥੇ ਮਹੱਲਾ ਪਹਿਲਾ ਆ ਰਿਹਾ ਹੈ, ਮਹੱਲਾ ਤੀਜਾ ਹੈ, ਮਹੱਲਾ ਚੌਥਾ ਹੈ, ਤੇ ਦੂਜੇ ਪਾਤਸ਼ਾਹ ਦੇ ਜਿਹੜੇ ਸ਼ਲੋਕ ਹਨ ਉਹ ਕੇਵਲ 12 ਵਿੱਚ ਹਨ ਖਾਲਸਾ ਜੀ। ਜਦੋਂ ਮਹਾਰਾਜ ਮਹੱਲਾ ਪਹਿਲਾ ਲਿਖਵਾ ਰਹੇ ਨਾਲ ਕਹਿੰਦੇ ਘਰ ਪਹਿਲਾ, ਘਰ ਦੂਜਾ, ਤੇ ਘਰ ਮਹਾਰਾਜ ਨਾਲ ਲਿਖਵਾ ਰਹੇ ਹਨ। ਭਾਈ ਸਾਹਿਬ ਜੀ ਨਾਲ ਲਿਖੀ ਜਾ ਰਹੇ, ਭਾਈ ਗੁਰਦਾਸ ਜੀ। ਸਤਿਗੁਰੂ ਕਹਿਣ ਲੱਗੇ ਭਾਈ ਸਾਹਿਬ ਜੀ ਠੀਕ ਲਿਖ ਰਹੇ ਹੋ, ਠੀਕ ਹੈ ਨਾ, ਸਮਝ ਆ ਰਹੀ ਹੈ? ਕਹਿਣ ਲੱਗੇ ਹਾਂ ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਸਮਝ ਆ ਰਹੀ ਹੈ ਸਤਿਗੁਰੂ ਜੀ, ਤੁਸੀਂ ਬਖਸ਼ਿਸ਼ ਕੀਤੀ ਹੈ ਮਹਾਰਾਜ, ਸਮਝ ਆ ਗਈ ਕਿ ਇਹ ਮਹੱਲਾ ਪਹਿਲਾ ਗੁਰੂ ਨਾਨਕ ਮਹਾਰਾਜ ਦੀ ਬਾਣੀ ਹੈ, ਇਹ ਮਹੱਲਾ ਤੀਜਾ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਹੈ। ਇਸ ਤਰ੍ਹਾਂ ਮਹਾਰਾਜ ਜੀ ਭਾਈ ਗੁਰਦਾਸ ਜੀ ਨੂੰ ਇਹ ਸਾਰਾ ਕਾਰਜ ਸਮਝਾ ਕੇ ਭਾਈ ਸਾਹਿਬ ਥੋੜੇ ਬਾਹਰ ਚਲੇ ਗਏ। ਇਤਨੀ ਦੇਰ ਨੂੰ ਭਗਤ ਆ ਗਏ ਖਾਲਸਾ ਜੀ, 15 ਭਗਤ ਰੂਹਾਨੀ ਰਸ ਵਾਲੇ ਉਹ ਸਾਰੇ ਹੀ ਆ ਗਏ। ਸਭਨਾਂ ਨੇ ਆ ਕੇ ਮੱਥਾ ਟੇਕਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਆਂਦੇ ਸਾਰ ਬੇਨਤੀ ਕੀਤੀ, ਮਹਾਰਾਜ ਤੁਸੀਂ ਕੈਸੇ ਹੋ? ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ
ਗਰੀਬ ਨਵਾਜਾ। ਮਹਾਰਾਜ ਤੁਸੀਂ ਰਾਜਿਆਂ ਦੇ ਰਾਜੇ ਹੋ, ਤੁਸੀਂ ਬਹੁਤ ਦਿਆਲੂ ਹੋ, ਕਿਰਪਾਲੂ ਹੋ, ਤੁਸੀਂ ਮਹਾਰਾਜ ਬਖਸ਼ਾਂ ਵੰਡਣ ਵਾਲੇ ਹੋ। ਤੁਸੀਂ ਗੁਰੂ ਨਾਨਕ ਦਾ ਰੂਪ ਧਾਰ ਕੇ, ਗੁਰੂ ਅੰਗਦ ਦਾ ਰੂਪ ਧਾਰ ਕੇ, ਗੁਰੂ ਅਮਰ ਦਾ ਰੂਪ ਧਾਰ ਕੇ, ਗੁਰੂ ਰਾਮਦਾਸ ਦਾ ਰੂਪ ਧਾਰ ਕੇ ਮਹਾਰਾਜ ਆਏ ਹੋ। ਹੁਣ ਆਪ ਜੀ ਦਾ ਪੰਜਵਾਂ ਜਾਮਾ ਹੈ ਸਤਿਗੁਰੂ ਜੀ, ਤੇ ਬਖਸ਼ਿਸ਼ ਕਰੋ। ਤੇ ਕਿਵੇਂ ਭਗਤ ਆਪਣੀ ਬਾਣੀ ਲਿਖਵਾ ਰਹੇ ਹਨ ਖਾਲਸਾ ਜੀਓ। ਆਓ ਸਾਰੇ ਗੁਰੂ ਕੇ ਪਿਆਰੇ ਇਸ ਕਥਾ ਨੂੰ ਸਰਵਣ ਕਰਨ ਲਈ ਆਪਣੀ ਸੁਰਤੀ ਬਿਰਤੀ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਸ੍ਰੀ ਅਰਜਨ ਠਾਂਡੇ ਹੋਇ ਕੇ। ਜਦੋਂ ਇਹਨਾਂ ਭਗਤਾਂ ਨੇ 15 ਭਗਤਾਂ ਨੇ ਗੁਰੂ ਸਾਹਿਬ ਦੀ ਵਡਿਆਈ ਕੀਤੀ, ਅਸ਼ਟਕ ਇਹ 8 ਛੰਦਾਂ ਵਾਲਾ ਪਾਵਨ ਵਡਿਆਈ ਵਿੱਚ ਸ਼ਲੋਕ ਉਚਾਰੇ ਗੁਰੂ ਦੀ ਮਹਿਮਾ ਵਿੱਚ, ਤੇ ਮਹਾਰਾਜ ਜੀ ਉੱਠ ਕੇ ਖੜੇ ਹੋ ਗਏ ਵੀ ਰੱਬ ਰੂਪ ਆਏ ਹਨ। ਦੇਖੋ ਸਤਿਕਾਰ ਦੇ ਰਹੇ ਹਨ ਭਗਤਾਂ ਨੂੰ ਮਹਾਰਾਜ, ਕਿ ਭਗਤ ਵੀ ਰੱਬ ਦਾ ਰੂਪ ਹਨ ਖਾਲਸਾ ਜੀਓ। ਤੇ ਸਤਿਕਾਰ ਦੇਣ ਲਈ ਮਹਾਰਾਜ ਜੀ ਖੜੇ ਹੋ ਗਏ ਹਨ। ਮਧੁਰ ਬਾਕ ਤੇ ਆਦਰ ਕਹਿ ਕੈ। ਮਿੱਠੇ ਬਚਨ ਬੋਲ ਕੇ ਮਹਾਰਾਜ ਜੀ ਨੇ ਆਖਿਆ, ਆਓ ਭਗਤਾ ਜੀ ਠੀਕ ਹੋ, ਆਓ ਭਗਤ ਕਬੀਰ ਸਾਹਿਬ ਜੀ, ਆਓ ਨਾਮਦੇਵ ਜੀ। ਸਤਿਕਾਰ ਕੀਤਾ ਸਭਨਾ ਦਾ। ਸਕਲ ਬੈਠਾਏ ਨਿਕਟ ਆਨੰਦੇ। ਤੇ ਐਸੇ ਆਨੰਦ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ 15 ਭਗਤਾਂ ਨੂੰ ਆਪਣੇ ਕੋਲ ਹੀ ਬਿਠਾਇਆ ਹੈ। ਪੂਜਨ ਕਰੇ ਭਗਤ ਤੁਮ ਬ੍ਰਿੰਦੇ। ਤੇ ਮਹਾਰਾਜ ਜੀ ਨੇ ਪੁੱਛਿਆ, ਹੈ ਭਗਤ ਜੀ ਤੁਸੀਂ ਬਹੁਤ ਜ਼ਿਆਦਾ ਆਏ ਹੋ, ਤੁਸੀਂ ਤਾਂ 15 ਭਗਤ ਸਾਰੇ ਹੀ ਆ ਗਏ ਹੋ, ਵੱਖ-ਵੱਖ ਥਾਵਾਂ ਤੋਂ ਆਏ ਲੱਗਦੇ ਹੋ, ਕਿੱਥੋਂ ਆਏ ਹੋ? ਤੇ ਭਗਤ ਦਾ ਸਰੂਪ ਤਾਂ ਸਿੱਧਾ ਸੱਚਖੰਡ ਤੋਂ ਆਉਂਦਾ ਹੈ, ਤੁਸੀਂ ਸੱਚਖੰਡ ਖਾਲੀ ਕਰਕੇ ਇੱਥੇ ਆ ਗਏ ਹੋ। ਸਗਰੇ ਆਪਨੋ ਨਾਮ ਸੁਨਾਵੋ। ਦੱਸੋ ਭਗਤ ਜੀ ਤੁਸੀਂ 15 ਭਗਤ ਆਏ ਹੋ, ਆਪਣੇ ਨਾਮ ਵੱਖ-ਵੱਖ ਕਰਕੇ ਸੁਣਾਓ। ਤੁਹਾਡਾ ਕੀ ਨਾਂ ਹੈ ਜੀ? ਤੁਹਾਡਾ ਕੀ ਨਾਂ ਹੈ? ਤੁਸੀਂ ਆਪਣਾ ਨਾਂ ਸੁਣਾਓ ਜੀ। ਕੌਣ ਆਗਮ ਕੋ ਹੇਤ ਬਤਾਵੋ। ਆਪਣੇ ਨਾਂ ਦੱਸਣ ਤੋਂ ਬਾਅਦ ਇਹ ਦੱਸੋ ਤੁਸੀਂ ਕਿਸ ਕਾਰਜ ਲਈ ਇੱਥੇ ਆਏ ਹੋ, ਤੁਹਾਡਾ ਆਗਮਨ ਕਿਸ ਕਾਰਜ ਲਈ ਹੋਇਆ ਹੈ? ਇਸ ਪ੍ਰਕਾਰ ਤੁਮ ਕਰੋ ਨਾ ਕਰੇ। ਕਿਵੇਂ ਆਪ ਜੀ ਨੇ ਬਖਸ਼ਿਸ਼ ਕੀਤੀ, ਸਾਨੂੰ ਦਰਸ਼ਨ ਬਖਸ਼ਿਸ਼ ਕੀਤੇ ਆਪਣੇ। ਤੁਸੀਂ ਤਾਂ ਰੱਬ ਦੇ ਸਰੂਪ ਹੋ, ਰੱਬ ਦੇ ਪਿਆਰੇ ਭਗਤ ਹੋ, ਤੁਹਾਡੇ ਆਉਣ ਦਾ ਕਾਰਨ ਕੀ ਹੈ? ਮਹਾ ਸੁਫਲ ਮਿਲਵੇ ਤੁਮ ਕਰੇ। ਕਿਉਂਕਿ ਭਗਤ ਦੇ ਦਰਸ਼ਨ ਕਰਨੇ, ਭਗਤਾਂ ਨਾਲ ਮਿਲਣਾ ਬਹੁਤ ਵੱਡਾ ਫਲ ਹੁੰਦਾ ਹੈ। ਕਹਿਓ ਕਬੀਰ ਜੋਰ ਜੁਗ ਹਾਥ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਸੁਨੋ ਸਕਲ ਸ੍ਰੀ ਅਰਜਨ ਨਾਥ। ਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਸੀਂ ਸਾਰੀ ਦੁਨੀਆ ਦੇ ਮਾਲਕ ਹੋ, ਸਾਡੀ ਬੇਨਤੀ ਵੀ ਸਵੀਕਾਰ ਕਰੋ। ਬੇਣੀ ਨਾਮਦੇਵ ਰਵਿਦਾਸ। ਮਹਾਰਾਜ ਜੀ ਇਹ ਭਗਤ ਬੇਣੀ ਸਾਹਿਬ ਜੀ ਹਨ, ਇਹ ਭਗਤ ਨਾਮਦੇਵ ਜੀ ਹਨ, ਤੇ ਇਹ ਭਗਤ ਰਵਿਦਾਸ ਜੀ ਹਨ। ਪੀਪਾ ਸਦਨਾ ਸੈਣ ਪ੍ਰਕਾਸ਼। ਇਹ ਭਗਤ ਪੀਪਾ ਜੀ ਹਨ, ਇਹ ਭਗਤ ਸਦਨਾ ਜੀ ਹਨ, ਇਹ ਭਗਤ ਸੈਣ ਜੀ ਹਨ। ਪ੍ਰਕਾਸ਼ ਕਹਿੰਦੇ ਇਹਨਾਂ ਦਾ ਨਾਮ ਸੈਣ ਜੀ ਹੈ। ਭੀਖਨ ਧੰਨਾ ਅਰਜੈ ਦੇਵ। ਇਹ ਭਗਤ ਭੀਖਨ ਜੀ ਹਨ, ਇਹ ਭਗਤ ਧੰਨਾ ਜੀ ਹਨ, ਤੇ ਇਹ ਭਗਤ ਜੈਦੇਵ ਜੀ ਹਨ। ਪੇਪਰ ਤਰਲੋਚਨ ਸ੍ਰੀ ਗੁਰਦੇਵ। ਇਹ ਸ੍ਰੀ ਗੁਰਦੇਵ ਜੀ, ਇਹ ਬ੍ਰਾਹਮਣ ਭਗਤ ਤਲੋਚਨ ਜੀ ਹੈ, ਰੱਬ ਦਾ ਪਿਆਰਾ। ਇਹ ਤਲੋਚਨ ਰੱਬ ਦੇ ਪਿਆਰੇ ਬ੍ਰਾਹਮਣ ਬਿਰਤੀ ਦੇ ਹਨ, ਬ੍ਰਹਮ ਨੂੰ ਜਾਣਨ ਵਾਲੇ ਹਨ। ਪਰਮਾਨੰਦ ਰਾਮਾਨੰਦ ਜਾਨੋ। ਤੇ ਇਹ ਵੀ ਜਿਹੜੇ ਬ੍ਰਾਹਮਣ ਬਿਰਤੀ ਵਾਲੇ, ਬ੍ਰਹਮ ਸਰੂਪ ਨੂੰ ਜਾਣਨ ਵਾਲੇ, ਪਰਮਾਨੰਦ
ਅਤੇ ਰਾਮਾਨੰਦ ਜੀ ਹਨ। ਮੈਂ ਜੋ ਕਬੀਰ ਫਰੀਦ ਪਰਮਾਨੋ ਤੇ ਮਹਾਰਾਜ ਦਾਸ ਆਪ ਜੀ ਦਾ ਪਿਆਰਾ ਭਗਤ ਕਬੀਰ ਹੈ ਤੇ ਇਹ ਬਾਬਾ ਫਰੀਦ ਜੀ ਖੜੇ ਹਨ। ਸੂਰਦਾਸ ਜੁਤ ਪੰਦਰ ਹੈ ਕਹੀਐ ਇਹ ਮਹਾਰਾਜ ਜੋ ਅੱਖਾਂ ਤੋਂ ਨੇਤਰਾਂ ਤੋਂ ਸਤਿਗੁਰੂ ਜੀ ਹੀਣੇ ਹਨ ਪਰ ਅੰਦਰ ਦੀ ਜੋਤ ਇਹਨਾਂ ਦੀ ਜਗ ਰਹੀ ਹੈ। ਮਹਾਰਾਜ ਇਹ ਭਗਤ ਸੂਰਦਾਸ ਹਨ। ਇਸ ਤਰ੍ਹਾਂ ਮਹਾਰਾਜ ਜੀ ਅਸੀਂ 15 ਭਗਤ ਆਏ ਹਾਂ। ਚਾਰ ਅਪਰ ਇਨ ਨਾਮ ਸੁਲਹਿਐ ਤੇ ਮਹਾਰਾਜ 4 ਹੋਰ ਵੀ ਆਏ ਹਨ। ਇਹ 15 ਤੇ ਮਹਾਰਾਜ ਭਗਤ ਹਨ ਤੇ 4 ਗੁਰੂ ਕੇ ਪਿਆਰੇ ਹੋਰ ਵੀ ਹਨ। ਹੋਸਨ ਮਸਕਨ ਸੰਮਨ ਇਹੋ ਇਹ ਮਹਾਰਾਜ ਭਗਤ ਮੂਸਨ ਜੀ ਹਨ। ਇਹ ਮਹਾਰਾਜ ਭਗਤ ਸੰਮਨ ਜੀ ਹਨ ਤੇ ਇਹ ਮਹਾਰਾਜ ਭਗਤ ਮਸੰਤ ਪਤੰਗ ਭਗਤ ਹੈ। ਚੌਥੋ ਦਾਸ ਜਮਾਲ ਲਖੈ ਹੋ ਇਹ ਚੌਥਾ ਭਗਤ ਮਹਾਰਾਜ ਜਮਾਲ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੁਸੀਂ ਕਹੋਗੇ ਇਹਨਾਂ ਬਾਰੇ ਕੀ ਜੀ, ਐਵੇਂ ਬੋਲੀ ਜਾਂਦੇ ਹੋ। ਖਾਲਸਾ ਜੀ ਬਾਣੀ ਹੈ 4 ਬੋਲੇ 1363 ਅੰਗ ਤੋਂ ਬਾਣੀ ਆਰੰਭ ਹੁੰਦੀ ਹੈ। 1364 ਅੰਗ ਤੇ ਬਾਣੀ ਸਮਾਪਤ ਹੁੰਦੀ ਹੈ। ਇਹਦੇ 11 ਪਦੇ ਹਨ 4 ਬੋਲੇ ਜਿਸ ਵਿੱਚ 4 ਭਗਤਾਂ ਦੇ ਨਾਲ ਬੋਲੇ ਨਾਲ ਸ਼ਬਦ ਇਕੱਠੇ ਕੀਤੇ ਖਾਲਸਾ ਜੀ। ਉਹਨਾਂ ਵਿੱਚ ਸੰਮਣ ਮੂਸਣ ਪਿਓ ਪੁੱਤਰ ਹਨ। ਪਤੰਗ ਤੇ ਜਮਾਲ, ਮਸਕਨ ਕਹਿੰਦੇ ਪਤੰਗ ਨੂੰ, ਪਤੰਗ ਤੇ ਜਮਾਲ ਇਹ ਪਠਾਨ ਤੇ ਸ਼ਾਹੂਕਾਰ ਸੀ ਖਾਲਸਾ ਜੀ। ਬੜੀ ਵੱਡੀ ਵਾਰਤਾ, ਕਦੀ ਫਿਰ ਇਹਨਾਂ ਬਾਰੇ ਕਿ ਜ਼ਿਕਰ ਸ਼ਾਇਦ ਆ ਜਾਵੇ। ਇਸ ਕਰਕੇ ਸੰਮਣ ਮੂਸਣ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਠ ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੇਨੇ ਕਾੜ। ਇਹਨਾਂ ਨੇ ਪ੍ਰੇਮ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਾਇਆ। ਤੇ ਪ੍ਰੇਮ ਕਿਤਨਾ ਖਾਲਸਾ ਜੀ ਮਹਿੰਗਾ ਹੈ। ਉਹ ਰਾਵਣ ਦੇ ਆਪਣੇ ਸੀਸ ਵੱਢ ਕੇ ਅਰਪਣ ਕੀਤਾ ਸੀ। ਦੇਖੋ ਗੁਰਬਾਣੀ 'ਚ ਇੱਕ ਥਾਂ ਤੇ ਰਾਵਣ ਦੀ ਮਹਿਮਾ ਆਈ ਹੈ। ਆਖੋ ਸਤਨਾਮ। ਇੱਥੇ ਆਈ ਹੈ ਮਹਿਮਾ। ਰਾਵਣ ਨੂੰ ਬੜਾ ਵੱਡਾ ਭਗਤ ਆਖਿਆ ਮਹਾਰਾਜ ਜੀ ਨੇ, ਪ੍ਰੇਮੀ ਭਗਤ ਆਖਿਆ। ਦੇਖੋ ਹੋਰ ਕਿਸੇ ਥਾਂ ਤੇ ਕਿਸੇ ਗ੍ਰੰਥ ਵਿੱਚ ਨਹੀਂ ਆਇਆ ਪਰ ਇੱਥੇ ਆਇਆ ਹੈ ਕਿਉਂਕਿ ਇਹ ਬਾਣੀ ਅਦਵੈਤ ਵਾਲੀ ਬਾਣੀ ਹੈ ਜਿੱਥੇ ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਦੁਸ਼ਮਣੀ ਨਹੀਂ, ਜਿਹਦੀ ਵਡਿਆਈ ਹੈ ਵਡਿਆਈ ਕੀਤੀ ਮਹਾਰਾਜ ਜੀ ਨੇ। ਰਾਵਣ ਹੁਤੇ ਸੋ ਰੰਕ ਨਹਿ। ਉਹ ਰਾਵਣ ਬੜਾ ਅਮੀਰ ਸੀ, ਸੋਨੇ ਦੀ ਲੰਕਾ ਸੀ। ਉਹ ਜੇ ਲੰਕਾਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਤੇ ਇੱਥੇ ਮਹਾਰਾਜ ਕਹਿੰਦੇ ਉਹਦੀ ਵਡਿਆਈ ਕਰਦੇ। ਰਾਵਣ ਇਤਨਾ ਅਮੀਰ ਸੀ, ਸੋਨੇ ਦੀ ਲੰਕਾ ਵਾਲਾ, ਪਰ ਖਾਸ ਚ ਰੰਕ ਨਹਿ, ਗਰੀਬ ਨਹੀਂ ਸੀ। ਜਿਨ ਸਿਰ ਦੀਨੇ ਕਾੜ, ਜਿਨੇ ਆਪਣੇ ਗੁਰੂ ਨੂੰ ਆਪਣੇ 10 ਸੀਸ ਅਰਪਣ ਕਰਕੇ, ਲੋ ਜੀ ਗੁਰੂ ਜੀ ਮੇਰੇ ਪ੍ਰੇਮ ਰੂਪੀ ਸੀਸ ਅਰਪਣ ਕਰੋ, ਆਪ ਜੀ ਕਬੂਲ ਕਰੋ। ਇਹ ਅਸਲ ਪ੍ਰੇਮ ਇਹ ਹੈ ਖਾਲਸਾ ਜੀ। ਇਹ ਸੰਮਣ ਮੂਸਣ ਇਹਨਾਂ ਦੋਵਾਂ ਨੇ ਖਾਲਸਾ ਜੀ। ਇੱਥੇ ਚਲੋ ਸੁਣਾਈ ਦਈਏ, ਪਤਾ ਨਹੀਂ ਸਮਾਂ ਮਿਲੇ ਜਾਂ ਨਾ ਮਿਲੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਖਾਲਸਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ 5ਵੇਂ ਪਾਤਸ਼ਾਹ ਦਾ ਸਮਾਂ ਹੈ। ਸੰਮਣ ਮੂਸਣ ਪਿਓ ਪੁੱਤਰ ਹਨ। ਭਾਣਾ ਇਹ ਵਰਤਿਆ, ਇਹ ਗੁਰੂ ਮਹਾਰਾਜ ਜੀ ਕੋਲ ਆਏ ਸੰਮਣ ਮੂਸਣ ਜੀ। ਇਹਨਾਂ ਨੇ ਆਖਿਆ ਮਹਾਰਾਜ ਸਾਡੇ ਘਰ ਵੀ ਚਰਨ ਪਾਓ, ਤੁਸੀਂ ਲਾਹੌਰ ਆਣਾ ਹੀ ਹੈ ਮਹਾਰਾਜ, ਤੇ ਸਾਡੇ ਘਰ ਵੀ ਆ ਕੇ ਚਰਨ ਪਾਣਾ। ਉੱਥੇ ਮਹਾਰਾਜ ਕੀਰਤਨ ਹੋਵੇਗਾ, ਗੁਰੂ ਦੀ ਵਡਿਆਈ ਹੋਵੇਗੀ। ਸਤਿਗੁਰ ਕਹਿੰਦੇ ਜਰੂਰ ਆਵਾਂਗੇ ਤੁਹਾਡੇ ਘਰ, ਤੁਸੀਂ ਲੰਗਰ ਪਾਣੀ ਤਿਆਰ ਕਰਨਾ, ਤੁਹਾਡੇ ਘਰ ਫਲਾਣੇ ਦਿਨ ਅਸੀਂ ਜਰੂਰ ਆਵਾਂਗੇ। ਤੇ ਭਾਣਾ ਇਹ ਵਰਤਿਆ ਮਹਾਰਾਜ ਜੀ। ਖਾਲਸਾ ਜੀਓ ਗੁਰੂ ਸਾਹਿਬ ਜੀ ਆਉਣ ਵਾਲੇ ਹਨ। ਉਸ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੇ ਸਾਰੀ ਤਿਆਰੀ ਕਰਨੀ ਸ਼ੁਰੂ ਕਰਤੀ। ਮਹਾਰਾਜ ਆਣਗੇ, ਆਪਣਾ ਘਰ ਚੰਗੀ ਤਰ੍ਹਾਂ ਧੋਇਆ, ਸਾਰੀ ਸਫਾਈ ਕੀਤੀ। ਜਿਸ ਸ਼ਾਹੂਕਾਰ ਇਹਨਾਂ ਕੋਲ 500 ਰੁਪਏ ਰੱਖਿਆ ਸੀ, ਇਹਨਾਂ ਨੇ ਸੰਮਣ ਮੂਸਣ ਨੇ, ਕਿ 500 ਰੁਪਇਆ ਆਪਣਾ ਇਹਨਾਂ ਦਾ ਰੱਖਿਆ ਸੀ ਕਿਸੇ ਸ਼ਾਹੂਕਾਰ ਕੋਲ, ਤੇ ਉਸ ਸ਼ਾਹੂਕਾਰ ਨੂੰ ਦਬਾਇਆ ਸੀ ਉਹ ਦੁਸ਼ਟ ਚੰਦੂ ਨੇ। ਆਖੋ ਸਤਨਾਮ। ਕਿਉਂ ਕਿ ਚੰਦੂ ਈਰਖਾਲੂ ਚਾਹੁੰਦਾ ਸੀ ਗੁਰੂ ਸਾਹਿਬ ਜੀ ਇੱਥੇ ਆਉਣਗੇ, ਉਹਨਾਂ ਦੀ ਬੇਦਬੀ ਹੋਵੇਗੀ। ਤੇ ਦੇਖੋ ਸਿੱਖਾਂ ਦੇ ਘਰ ਲੰਗਰ ਨਹੀਂ ਬਣਿਆ, ਅਸੀਂ ਮਖੌਲ ਕਰਾਂਗੇ। ਤੇ ਤਾਂ ਚੰਦੂ ਨੇ ਜਾ ਕੇ ਕਿਹਾ ਸ਼ਾਹੂਕਾਰ ਨੂੰ, ਸ਼ਾਹੂਕਾਰ ਇਹਨਾਂ ਦੇ ਪੈਸੇ ਮੋੜਨੇ ਨਹੀਂ,
ਕੁਝ ਦੇਰ ਲਈ ਮੋੜਨੇ ਨਹੀਂ, ਬਾਅਦ ਚੋਂ ਮੋੜਦੀ, ਪਰ ਨਾ ਸਮਾਨ ਦੇਣਾ ਇਹਨਾਂ ਨੂੰ ਕੋਈ, ਨਾ ਕੋਈ ਪੈਸੇ ਦੇਣਾ ਇਹਨਾਂ ਨੂੰ। ਬਸ ਦਵਾਇਆ ਚੰਦੂ ਸ਼ੌਕ ਨੇ ਸ਼ਾਹੂਕਾਰ ਨੂੰ। ਸ਼ਾਹੂਕਾਰ ਡਰ ਗਿਆ ਕਿ ਬਾਦਸ਼ਾਹ ਦਾ ਖਾਸ ਬੰਦਾ ਸੀ। ਸੰਮਣ ਮੂਸਣ ਉਹਦੇ ਕੋਲ ਗਏ, ਕਹਿਣ ਲੱਗੇ ਸ਼ਾਹੂਕਾਰ ਸਾਡੇ ਪੈਸੇ ਹਨ 500 ਸੋਨੇ ਦੀ ਮੋਹਰਾਂ, ਸਾਨੂੰ ਮੋੜ ਦਵੋ। ਉਹ ਕਹਿਣ ਲੱਗਾ ਨਹੀਂ ਮੇਰੇ ਕੋਲ ਤਾਂ ਹੈ ਹੀ ਨਹੀਂ, ਮੁਕਰ ਗਿਆ ਸਿੱਧਾ ਹੀ। ਹੁਣ ਗੁਰੂ ਕੇ ਪਿਆਰੇ ਬੜੇ ਹੈਰਾਨ ਹੋਏ ਵੀ ਇਹ ਤਾਂ ਪੈਸੇ ਸਾਡੇ ਮੋੜਦਾ ਨਹੀਂ, ਇਹ ਜਿੱਥੇ ਜਿੱਥੇ ਜਾਣ ਇਹਨਾਂ ਨੂੰ ਕਿੱਥੋਂ ਨਾ ਸਮਾਨ ਮਿਲੇ, ਕਿਉਂਕਿ ਸਾਰੀ ਦੁਨੀਆ ਡਰਦੀ ਹੈ ਚੰਦੂ ਤੋਂ। ਸਭ ਧਮਕਾਉਣ ਵਾਲਾ ਚੰਦੂ ਸਭ ਨੂੰ ਹੈ ਖਾਲਸਾ ਜੀ। ਇਹਨਾਂ ਨੇ ਕੀਤਾ ਕਿ ਹੁਣ ਸਮਾਂ ਆ ਗਿਆ ਵੀ ਅਗਲੇ ਦਿਨ ਮਹਾਰਾਜ ਜੀ ਨੇ ਆਣਾ ਹੈ। ਅੱਧੀ ਰਾਤ ਦਾ ਸਮਾਂ, ਸਲਾਹ ਕੀਤੀ ਪਿਓ ਪੁੱਤਰ ਨੇ ਵੀ ਕਿਵੇਂ ਕਰੀਏ। ਸਲਾਹ ਇਹ ਹੋਈ, ਪੁੱਤਰ ਕਹਿਣ ਲੱਗਾ ਪਿਤਾ ਜੀ ਕੋਈ ਗੱਲ ਨਹੀਂ, ਆਪਣਾ ਹੱਕ ਲੈਣਾ ਹੈ, ਹੱਕ ਲੈਣਾ ਕੋਈ ਚੋਰੀ ਨਹੀਂ ਹੈ। ਚਲੋ ਅਸੀਂ ਦੋਵੇਂ ਚੱਲਨੇ ਆ, ਸ਼ਾਹੂਕਾਰ ਦੀ ਦੁਕਾਨ ਤੋਂ ਪਾੜ ਪਾ ਕੇ ਨਾ ਆਪਣੇ ਪੈਸੇ ਚੁੱਕ ਲੈਣੇ ਆ ਭਾਈ, ਚੋਰੀ ਨਹੀਂ, ਇੱਥੇ ਆਪਣਾ ਹੱਕ ਲੈਣਾ ਹੈ। ਦੋਵੇਂ ਪਿਓ ਪੁੱਤਰ ਗਏ ਤੇ ਪੁੱਤਰ ਨੂੰ ਉੱਤੋਂ ਪਾੜ ਪਾ ਕੇ ਛੱਤ ਚੋਂ ਥੱਲੇ ਗਿਰਿਆ ਖਾਲਸਾ ਜੀ। ਉਹਨੇ ਆਪਣੀ ਉਹ ਥੈਲੀ ਮੋਹਰਾਂ ਚੁੱਕ ਕੇ ਪਿਤਾ ਨੂੰ ਫੜਾਈ। ਉੱਤੋਂ ਉਤਰਨਾ ਸੌਖਾ ਹੁੰਦਾ ਹੈ ਪਰ ਚੜ੍ਹਨਾ ਔਖਾ ਹੁੰਦਾ ਹੈ ਖਾਲਸਾ ਜੀ। ਹੁਣ ਚੜ੍ਹਨਾ ਔਖਾ ਹੋ ਗਿਆ, ਛੋਟਾ ਜਿਹਾ ਮੋਹਰਾ ਸੀ, ਚੜ੍ਹਨਾ ਔਖਾ ਹੋ ਗਿਆ। ਹੁਣ ਪਿਓ ਉੱਤੇ ਹੈ, ਪੁੱਤਰ ਥੱਲੇ ਹੈ, ਕੀ ਕਰੇ ਹੁਣ। ਤੇ ਪੁੱਤਰ ਕਹਿਣ ਲੱਗਾ ਪਿਤਾ ਜੀ ਹੁਣ ਇੱਕੋ ਤਰੀਕਾ ਹੈ, ਅਸੀਂ ਇੱਥੇ ਚੋਰੀ ਕਰਦੇ ਫੜੇ ਗਏ ਤਾਂ ਕਹਿਣਗੇ ਗੁਰੂ ਕੇ ਸਿੱਖ ਚੋਰ ਹਨ, ਅਸੀਂ ਆਪਣਾ ਹੱਕ ਲੈਣ ਵਾਸਤੇ ਆਏ ਹਾਂ। ਲੋਕਾਂ ਨੇ ਸਾਡੀ ਗੱਲ ਸੁਣਨੀ ਨਹੀਂ, ਇਸ ਕਰਕੇ ਤੁਸੀਂ ਮੇਰਾ ਸੀਸ ਵੱਢ ਕੇ ਲੈ ਜਾਓ ਕਿ ਪਤਾ ਲੱਗੇਗਾ ਹੀ ਨਹੀਂ ਵੀ ਗੁਰੂ का ਸਿੱਖ ਹੈ ਜਾਂ ਕੌਣ ਹੈ। ਖਾ ਪਿਓ ਕਹਿਣ ਲੱਗਾ ਪੁੱਤਰ ਮੇਰੇ ਤੋਂ ਨਹੀਂ ਹੋਣਾ ਏ। ਪੁੱਤਰ ਕਹਿਣ ਲੱਗਾ ਪਿਤਾ ਜੀ ਗੁਰੂ ਖਾਤਰ, ਗੁਰੂ ਦੇ ਸਿੱਖ ਤਾਂ ਹਾਂ, ਵਿੱਚ ਗੁਰੂ ਦਾ ਸ਼ਬਦ ਹੈ, ਗੁਰੂ ਹੈ, ਬਸ ਗੁਰੂ ਖਾਤਰ ਮੇਰਾ ਸੀਸ ਵੜ ਦੋ। ਦੇਖੋ ਇਹ ਹੈ ਪ੍ਰੇਮ। ਤੇ ਪਿਓ ਨੇ ਖਾਲਸਾ ਜੀ ਸੀਸ ਵੱਢਿਆ, ਵੱਢ ਕੇ ਸੀਸ ਆਪਣੇ ਅੰਦਰਲੇ ਕਮਰੇ 'ਚ ਰੱਖ ਲਿਆ ਖਾਲਸਾ ਜੀ। ਉਧਰੋਂ ਸਵੇਰੇ ਸਵੇਰੇ ਸ਼ਾਹੂਕਾਰ ਆਇਆ, ਆਪਣੀ ਦੁਕਾਨ ਖੋਲਣ ਲੱਗਾ, ਕੀ ਦੇਖਦਾ ਅੰਦਰ ਖੂਨ ਹੀ ਖੂਨ, ਅੰਦਰ ਕਿਸੇ ਦਾ ਧੜ ਪਿਆ। ਉਹ ਦੇਖ ਕੇ ਡਰ ਗਿਆ ਵੀ ਮੇਰੀ ਦੁਕਾਨ ਤੇ ਧੜ ਪਿਆ ਹੈ, ਲੋਕੀ ਆਖਣਗੇ ਇਹਨੇ ਹੀ ਮਾਰਿਆ ਬੰਦਾ ਤੇ ਮੈਨੂੰ ਤਾਂ ਸਜ਼ਾ ਹੋ ਜਾਏਗੀ। ਇਸ ਕਰਕੇ ਫਟਾਫਟ ਉਹਨੂੰ ਗੱਲ ਛੇਤੇ ਆ ਗਈ ਯਾਦ ਕਿ ਮੇਰੇ ਕੋਲ ਸੰਮਣ ਮੂਸਣ ਕਾ ਲਾਏ ਸੀ, 500 ਸੋਨੇ ਦੀ ਮੋਹਰਾਂ ਮੰਗਦੇ ਸੀ, ਇਹ ਮੋਹਰਾਂ ਤੇ ਉਹਨਾਂ ਦੀਆਂ ਹੀ, ਮੈਂ ਕਹਾਂ ਆ ਕੇ ਆਪਣੀ ਮੋਹਰਾਂ ਲੈ ਜਾਓ ਪਰ ਮੇਰਾ ਕੰਮ ਕਰ ਦੋ, ਇਹ ਧੜ ਚੁੱਕ ਕੇ ਲੈ ਜਾਓ। ਫਟਾਫਟ ਸੰਮਣ ਮੂਸਣ ਦੇ ਘਰ ਗਿਆ, ਕਹਿਣ ਲੱਗਾ ਤੇ ਇਸ ਤਰ੍ਹਾਂ ਕਰੋ, ਇੱਕ ਧੜ ਪਿਆ ਕਿਸੇ ਦਾ ਮੇਰੀ ਦੁਕਾਨ ਵਿੱਚ, ਉਹ ਚੁੱਕ ਕੇ ਲੈ ਜਾਓ, ਤੁਹਾਨੂੰ ਜੋ ਚਾਹੀਦਾ ਲੈ ਲਓ ਮੇਰੀ ਦੁਕਾਨ ਤੋਂ, ਗਲਤੀ ਮੇਰੀ ਹੈ ਕਿ ਮੈਂ ਚੰਦੂ ਦੇ ਆਖੇ ਲੱਗ ਕੇ ਤੁਹਾਡੀ ਮੋਹਰਾਂ ਨਹੀਂ ਵਾਪਸ ਕੀਤੀਆਂ। ਤੇ ਉਹ ਪਿਓ ਆਇਆ, ਉਹਨੂੰ ਪਤਾ ਸੀ ਧੜ ਤੇ ਮੇਰੇ ਪੁੱਤਰ ਦਾ ਹੀ ਹੈ, ਕੱਪੜੇ 'ਚ ਲਪੇਟ ਕੇ ਖਾਲਸਾ ਜੀ ਧੜ ਚੁੱਕ ਕੇ ਲੈ ਗਿਆ, ਆਪਣੇ ਹੱਥੀ ਚੁੱਕ ਕੇ ਲੈ ਗਿਆ। ਚੁੱਕ ਕੇ ਲੈ ਕੇ ਜਿੱਥੇ ਉਹਦਾ ਸੀਸ ਪਿਆ ਸੀ ਨਾ, ਦੋਵੇਂ ਨਾਲ ਜੋੜਤੇ, ਉੱਤੇ ਚਿੱਟਾ ਚਾਦਰਾ ਪਾਤਾ। ਤੇ ਸ਼ਾਹੂਕਾਰ ਕਹਿਣ ਲੱਗਾ ਆਪਣੇ ਪੈਸੇ ਲੈ ਜਾਓ, ਕਹਿਣ ਲੱਗਾ ਨਹੀਂ ਪੈਸੇ ਨਹੀਂ ਲੈਣੇ, ਬਸ ਬੜਾ ਕੁਝ ਮਿਲ ਗਿਆ। ਪਤਾ ਸੀ ਵੀ ਅੰਦਰ ਸਭ ਸੰਤੋਖ ਆ ਗਿਆ ਹੈ, ਪੈਸੇ ਲਏ ਨਹੀਂ ਉਹਨਾਂ ਨੇ। ਇਧਰ ਗੁਰੂ ਸਾਹਿਬ ਜੀ ਆਏ, ਕੀਰਤਨ ਸ਼ੁਰੂ ਹੋ ਗਿਆ, ਸਮਾਪਤੀ ਹੋ ਗਈ, ਸਭ ਲੰਗਰ ਛਕਣ ਲਗੇ। ਮਹਾਰਾਜ ਪੰਗਤ ਵਿੱਚ ਬੈਠ ਗਏ। ਸਤਿਗੁਰ ਕਹਿਣ ਲਗੇ ਰੱਬ ਦੇ ਪਿਆਰਿਆ ਤੇਰਾ ਪੁੱਤਰ ਕਿੱਥੇ ਹੈ, ਆ ਕੇ ਹੱਥ ਵਾਓ। ਤੇ ਪਿਓ ਕਹਿਣ ਲੱਗਾ ਮਹਾਰਾਜ ਉਹ ਮੇਰਾ ਪੁੱਤਰ ਉੱਥੇ ਚਲਾ ਗਿਆ ਮਹਾਰਾਜ ਜਿੱਥੇ ਮੇਰੀ ਆਵਾਜ਼ ਨਹੀਂ ਜਾਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਮਹਾਰਾਜ ਮੇਰੀ ਆਵਾਜ਼ ਨਹੀਂ ਜਾਣੀ, ਤੁਸੀਂ ਬੁਲਾਓ ਮਹਾਰਾਜ, ਤੁਹਾਡੀ ਆਵਾਜ਼ ਤੇ ਜ਼ਰੂਰ ਆਵੇਗਾ। ਸਤਿਗੁਰ ਕਹਿਣਗੇ ਪੁੱਤਰ ਛੇਤੀ ਆ, ਆਪਣੇ ਹੱਥ ਧਵਾ, ਸਾਨੂੰ ਹੱਥ ਧਵਾ, ਸਾਡੀ ਸੇਵਾ ਕਰ, ਆਪਣੇ ਹੱਥੀ ਸੇਵਾ ਕਰ। ਤੇ ਖਾਲਸਾ ਜੀਓ ਜਦੋਂ ਬਚਨ ਆਖਿਆ ਕਿ ਪੁੱਤਰ ਛੇਤੀ ਆ, ਸਾਡੀ ਸੇਵਾ ਕਰ, ਸਾਡੇ ਹੱਥ ਧਵਾ, ਜੇ ਹੱਥ ਧਵਾਵੇਗਾ ਅਸੀਂ ਤਾਂ ਲੰਗਰ ਛਕਾਂਗੇ, ਅਸੀਂ ਲੰਗਰ ਵੀ ਨਹੀਂ ਛਕਣਾ। ਤੇ ਖਾਲਸਾ ਜੀ ਇੱਕ ਅੱਖ ਦੇ ਫੋਰ ਵਿੱਚ ਉਹ ਪੁੱਤਰ ਦੌੜ ਕੇ ਬਾਹਰ ਆ ਗਿਆ। ਸਤਿ ਸ੍ਰੀ ਅਕਾਲ। ਦੌੜ ਕੇ ਬਾਹਰ ਆਇਆ,
ਪਿਓ ਵੇਖ ਕੇ ਹੈਰਾਨ, ਪਿਓ ਦੀ ਅੱਖਾਂ ਚੋਂ ਅਥਰੂ ਆ ਗਏ, ਬਸ ਬੋਲਿਆ ਨਹੀਂ ਜਾ ਰਿਹਾ ਪਿਓ ਤੋਂ। ਸਤਿਗੁਰ ਕਹਿਣ ਲੱਗੇ, ਵਾਹ ਗੁਰੂ ਕੇ ਸਿੱਖੋ, ਤੁਸੀਂ ਧੰਨ ਹੋ, ਤੁਸਾਂ ਨੇ ਪ੍ਰੇਮ ਖਾਤਰ ਇਹ ਸਾਰਾ ਕਾਰਜ ਕੀਤਾ। ਤਾਂ ਮਹਾਰਾਜ ਜੀ ਨੇ ਉੱਥੇ ਬਾਣੀ ਉਚਾਰੀ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਠ, ਰਾਵਨ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ। ਇਹ ਹੈ ਪ੍ਰੇਮ ਦੀ ਗੱਲ ਖਾਲਸਾ ਜੀ। ਤੇ ਇਸ ਅੱਗੇ ਜ਼ਿਕਰ ਆ ਰਿਹਾ ਜਮਾਲ ਪਤੰਗ ਦਾ, ਉਹ ਵੀ ਸ਼ਰਵਣ ਕਰ ਲਈਏ। ਜਮਾਲ ਪਤੰਗ ਕੌਣ ਸੀ? ਪਤੰਗ ਸੀ ਖਾਲਸਾ ਜੀ ਸ਼ਾਹੂਕਾਰ, ਜਮਾਲ ਸੀ ਪਠਾਨ। ਦੋਵੇਂ ਰੱਬ ਦੇ ਪਿਆਰੇ ਸਨ, ਜੁੜੇ ਹੋਏ ਸਨ। ਪਤੰਗ ਗੁਰੂ ਕਾ ਸਿੱਖ ਸੀ, ਅਜੇ ਜਮਾਲ ਸਿੱਖ ਨਹੀਂ ਬਣਿਆ ਸੀ। ਜਮਾਲ ਦਾ ਭਰੋਸਾ ਕਈਆਂ ਤੇ ਸੀ। ਜਮਾਲ ਕੋਲ 700 ਸੋਨੇ ਦੀਆਂ ਮੋਹਰਾਂ, ਇਹਨੇ ਆਪਣੇ ਪਿੰਡ ਗਜਨੀ ਜਾਣਾ ਹੈ, ਲਾਹੌਰ ਵਿੱਚ ਇਹ ਕੰਮ ਕਰਦਾ ਹੈ। ਤੇ ਇਹ ਮੋਹਰਾਂ ਲੈ ਕੇ ਆ ਗਿਆ ਪਤੰਗ ਕੋਲ, ਕਹਿਣ ਲੱਗਾ, ਸ਼ਾਹੂਕਾਰ ਜੀ ਇਹ 700 ਮੋਹਰਾਂ ਹਨ, ਸਾਂਭ ਕੇ ਰੱਖ ਲਓ, ਮੈਂ ਆਪਣੇ ਪਿੰਡ ਜਾ ਰਿਹਾ ਹਾਂ, ਰਸਤੇ ਚੋਰ ਡਾਕੂ ਬੜੇ ਪੈਣਗੇ, ਇਸ ਕਰਕੇ ਇਹਨੂੰ ਸਾਂਭ ਕੇ ਰੱਖ ਲਓ, ਮੈਂ ਆ ਕੇ ਆਪ ਜੀ ਕੋਲ ਲੈ ਲਵਾਂਗਾ। ਤੇ ਪਤੰਗ ਕੋਲ ਬੜੇ ਗਾਹਕ ਬੈਠੇ ਸਨ, ਉਦੋਂ ਬੜੇ ਬੰਦੇ ਬੈਠੇ ਸਨ, ਉਹਨੂੰ ਲਿਖਣਾ ਯਾਦ ਨਾ ਰਿਹਾ ਆਪਣੇ ਵਹੀ ਖਾਤੇ 'ਚ, ਕਹਿਣ ਲੱਗਾ ਰੱਖ ਜੋ, ਮੈਂ ਆਪੇ ਲਿਖ ਲਵਾਂਗਾ। ਇਤਨੀ ਦੇਰ ਨੂੰ ਜਮਾਲ ਚਲਾ ਗਿਆ ਤੇ ਪਤੰਗ ਲਿਖਣਾ ਭੁੱਲ ਗਿਆ ਉਹਨੂੰ। 8 ਮਹੀਨੇ ਬਾਅਦ ਲਗਭਗ ਜਮਾਲ ਵਾਪਸ ਆਇਆ, ਕਹਿਣ ਲੱਗਾ, ਸ਼ਾਹੂਕਾਰ ਜੀ ਮੇਰੀ ਮੋਹਰਾਂ ਦਵੋ। ਤੇ ਸ਼ਾਹੂਕਾਰ ਪਤੰਗ ਨੇ ਸਾਰੀ ਵਹੀ ਖਾਤਾ ਖੋਲਿਆ, ਕਹਿਣ ਲੱਗਾ, ਭਾਈ ਤੂੰ ਮੋਹਰਾਂ ਤੇ ਦੇ ਕੇ ਨਹੀਂ ਗਿਆ? ਉਹ ਕਹਿਣ ਲੱਗਾ, ਮੈਂ ਦੇ ਕੇ ਗਿਆ ਤੈਨੂੰ ਮੋਹਰਾਂ, ਤੁਸੀਂ ਇੱਥੇ ਬੈਠੇ ਸੀ ਆਪਣਾ ਕੰਮ ਕਰਦੇ ਪਏ। ਦੋਵਾਂ ਦਾ ਝਗੜਾ ਸ਼ੁਰੂ ਹੋ ਗਿਆ, ਦੋਵੇਂ ਸੱਚੇ ਹਨ ਆਪਣੀ ਥਾਂ ਤੇ। ਝਗੜਾ ਇਤਨਾ ਵੱਧ ਗਿਆ ਕਿ ਝਗੜਾ ਨਵਾਬ ਕੋਲ ਚਲਾ ਗਿਆ ਖਾਲਸਾ ਜੀ। ਨਵਾਬ ਕੋਲ ਪਹੁੰਚਿਆ ਜਦੋਂ, ਨਵਾਬ ਕਹਿਣ ਲੱਗਾ, ਭਾਈ ਦੋਵੇਂ ਭਾਵੇਂ ਸੱਚ ਬੋਲਦੇ ਝੂਠ ਬੋਲਦੇ ਮੈਨੂੰ ਪਤਾ ਨਹੀਂ, ਪਰ ਇਸ ਤਰ੍ਹਾਂ ਕਰੋ, ਦੋਵਾਂ ਦੇ ਹੱਥ ਅਸੀਂ ਗਰਮ ਕੜਾਹ 'ਚ ਪਾਵਾਂਗੇ ਤੇਲ ਦੇ, ਜਿਹਦੇ ਹੱਥ ਸੜ ਗਏ ਉਹ ਝੂਠਾ ਹੈ, ਜਿਹਦੇ ਹੱਥ ਨਾ ਸੜਿਆ ਉਹ ਸੱਚਾ ਬੰਦਾ ਹੈ। ਹੁਣ ਉਹੀ ਕੀਤਾ, ਤੇਲ ਦਾ ਗਰਮ ਕੜਾਇਆ ਬਿਲਕੁਲ, ਦੋਵਾਂ ਦੇ ਹੱਥ ਪਾਏ ਗਏ ਤੇ ਖਾਲਸਾ ਜੀ ਇੱਕ ਦਾ ਹੱਥ ਸੜ ਗਿਆ, ਇੱਕ ਦਾ ਨਾ ਸੜਿਆ। ਆਖੋ ਸਤਨਾਮ। ਪਤੰਗ ਦਾ ਹੱਥ ਨਾ ਸੜਿਆ, ਕਿਉਂ ਨਾ ਸੜਿਆ ਕਿ ਜ਼ਿਕਰ ਆਵੇਗਾ। ਜਮਾਲ ਦਾ ਹੱਥ ਸੜ ਗਿਆ। ਉਹ ਜਮਾਲ ਬੜਾ ਹੈਰਾਨ ਹੋਇਆ ਕਿ ਮੈਂ ਸੱਚਾ ਬੰਦਾ, ਮੇਰਾ ਹੱਥ ਕਿਉਂ ਸੜਿਆ। ਸੁਣਿਆ ਸੀ ਰੱਬ ਦੇ ਘਰ ਤਾਂ ਨਿਆਂ ਹੈ, ਪਰ ਅੱਜ ਭਰੋਸਾ ਰੱਬ ਤੋਂ ਖਤਮ ਹੋ ਗਿਆ, ਰੱਬ ਤੇਰੇ ਘਰ ਵੀ ਨਿਆਂ ਨਹੀਂ ਰਿਹਾ। ਇਤਨੀ ਦੇਰ ਨੂੰ ਪਤੰਗ ਆਪਣੀ ਦੁਕਾਨ ਤੇ ਪਹੁੰਚਿਆ ਤੇ ਜਾ ਕੇ ਉਹਨੇ ਸਾਰੀ ਸਫਾਈ ਕੀਤੀ, ਸੋਨੇ ਦੀਆਂ ਮੋਹਰਾਂ ਲੱਭ ਗਈਆਂ ਉਹਨੂੰ, ਇੱਕ ਥਾਂ ਤੇ ਪਈਆਂ ਸੀ, ਉਹ 700 ਮੋਹਰਾਂ ਲੱਭ ਗਈਆਂ। ਕਹਿਣ ਲੱਗਾ, ਜਮਾਲ ਦੇ ਘਰ ਸਿੱਧਾ ਪਹੁੰਚਿਆ, ਕਹਿਣ ਲੱਗਾ, ਜਮਾਲ ਗਲਤੀ ਮੇਰੀ ਯਾਰ, ਇਹ ਮੋਹਰਾਂ ਤੇਰੀਆਂ ਮੇਰੇ ਕੋਲ ਪਈਆਂ ਸੀ, ਮੈਨੂੰ ਪਤਾ ਨਹੀਂ ਲੱਗਿਆ, ਆਪਣੀ ਮੋਹਰਾਂ ਆ ਕੇ ਲੈ ਜਾ। ਉਹ ਜਮਾਲ ਸੁਣ ਕੇ ਬੜਾ ਹੈਰਾਨ ਵੀ ਸੱਚਾ ਬੰਦਾ, ਉਹਦਾ ਹੱਥ ਸੜ ਗਿਆ ਤੇ ਝੂਠੇ ਦਾ ਹੱਥ ਸੜਿਆ ਨਹੀਂ, ਇਹ ਕਾਰਨ ਕੀ ਹੈ। ਜਮਾਲ ਕਹਿਣ ਲੱਗਾ, ਭਾਈ ਇਹ ਦੇਖ, ਮੈਂ ਸੱਚਾ ਸੀ ਤੇ ਤੂੰ ਝੂਠਾ ਨਿਕਲਿਆ, ਭਾਵੇਂ ਸੱਚਾ ਤੂੰ ਵੀ ਹੈ, ਤੈਨੂੰ ਪਤਾ ਨਹੀਂ ਸੀ, ਪਰ ਮੋਹਰਾਂ ਤੇਰੇ ਕੋਲ ਪਈਆਂ ਸੀ। ਕਹਿਣ ਲੱਗਾ, ਪਤਾ ਨਹੀਂ ਮਹਾਰਾਜ ਕੀ ਗੱਲ ਬਣੀ। ਦੋਵੇਂ ਮਹਾਰਾਜ ਜੀ ਕੋਲ ਆ ਗਏ, ਪੰਜਵੇਂ ਪਾਤਸ਼ਾਹ ਕੋਲ ਖਾਲਸਾ ਜੀ। ਤੇ ਉੱਥੇ ਜਮਾਲ ਕਹਿਣ ਲੱਗਾ, ਸਤਿਗੁਰੂ ਜੀ ਮੇਰੀ ਬੇਨਤੀ ਹੈ, ਤੁਸੀਂ ਇਹਨਾਂ ਦੇ ਗੁਰੂ ਹੋ, ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਸੀਂ ਪਤੰਗ ਦੇ ਗੁਰੂ ਹੋ, ਪਰ ਮੇਰੇ ਗੁਰੂ ਨਹੀਂ, ਅਜੇ ਮੇਰੇ ਗੁਰੂ ਨਹੀਂ। ਤੁਹਾਨੂੰ ਗੁਰੂ ਤਾਂ ਮੰਨਾਂਗਾ ਜੇ ਮੇਰੇ ਮਨ ਦਾ ਸ਼ੰਕਾ ਦੂਰ ਕਰ ਦੋਗੇ। ਪੁੱਤਰ ਕੀ ਸ਼ੰਕਾ ਹੈ? ਸਤਿਗੁਰੂ ਜੀ ਅਸੀਂ ਦੋਵੇਂ ਭਾਵੇਂ ਸੱਚੇ ਹਾਂ ਝੂਠੇ ਹਾਂ, ਕਿਸੇ ਨੂੰ ਕੁਝ ਪਤਾ ਨਹੀਂ ਸੀ, ਪਰ 700 ਮੋਹਰਾਂ ਮੈਂ ਰੱਖ ਕੇ ਗਿਆ ਇਹਦੇ ਕੋਲ, ਤੇ ਇਹਨੇ ਮੋਹਰਾਂ ਮੈਨੂੰ ਦੱਸਿਆ ਨਹੀਂ ਕਿੱਥੇ ਪਈਆਂ, ਕਿੱਥੇ ਕੀ ਹੋਇਆ। ਹੱਥ ਮੇਰਾ ਸੜ ਗਿਆ ਹੈ, ਇਹਦਾ ਸੜਿਆ ਨਹੀਂ, ਇਹਦਾ ਕਾਰਨ ਕੀ ਹੈ ਮਹਾਰਾਜ? ਸਤਿਗੁਰੂ ਜੀ ਭਾਵੇਂ ਝੂਠ ਬੋਲਣ ਵਾਲਾ ਸਾਡੇ ਦੋਵਾਂ 'ਚ ਕੋਈ ਨਹੀਂ, ਪਰ ਮਾਰੇ ਮੈਂ ਸੱਚ ਬੋਲਿਆ ਸੀ, ਹੱਥ ਮੇਰਾ ਕਿਉਂ ਸੜਿਆ? ਤੇ ਗੁਰੂ ਸਾਹਿਬ ਕਹਿਣ ਲੱਗੇ, ਸੁਣ ਭਾਈ ਜਮਾਲ, ਇਹ ਪਤੰਗ ਗੁਰੂ ਕਾ ਸਿੱਖ ਹੈ, ਇਹਦਾ ਭਰੋਸਾ ਮੇਰੇ ਉੱਤੇ ਸੀ ਬਸ। ਸੱਚਾ ਬੰਦਾ ਹੋਵੇ, ਜਿਹਦਾ ਭਰੋਸਾ ਇੱਕ ਤੇ ਹੋਵੇ, ਤੇ ਗੁਰੂ ਆਪੇ ਉਹਦਾ ਰਾਖਾ ਬਣਦਾ ਹੈ।
ਸੱਚਾ ਤੂੰ ਵੀ ਸੀ, ਪਰ ਤੇਰਾ ਭਰੋਸਾ ਕਈਆਂ ਤੇ ਸੀ। ਫਲਾਣੇ ਲਾਲਾ ਵਾਲੇ ਪੀਰ ਮੈਨੂੰ ਬਚਾ ਲਈ, ਉਹ ਫਲਾਣੇ ਪੀਰ ਬਚਾ ਲਈ, ਮੈਨੂੰ ਬਚਾ ਲਈ, ਫਲਾਣੇ 9 ਗਜੇ ਪੀਰ ਮੈਨੂੰ ਬਚਾ ਲਈ। ਤੇਰੇ ਭਰੋਸਾ ਦੇ ਫਲਾਣੇ ਪੀਰਾਂ ਤੇ ਹੈ, ਫਲਾਣੇ ਦੇਵੀ ਦੇਵਤਿਆਂ ਤੇ ਹੈ, ਫਲਾਣੀ ਸ਼ੇਰਾਂ ਵਾਲੀ ਮਾਤਾ ਤੇ ਹੈ, ਫਲਾਣੀ ਕਾਲਾ ਵਾਲੀ ਮਾਤਾ ਤੇ ਹੈ, ਮਾਤਾਵਾਂ ਤੇਰੀਆਂ। ਤੇ ਇਹਦਾ ਮਾਤਾ ਪਿਤਾ ਅਸੀਂ ਇਕੱਲੇ ਹੀ ਆ ਭਾਈ। ਜਿਹਦਾ ਮਾਤਾ ਪਿਤਾ ਇੱਕ ਹੋਵੇ ਨਾ, ਜਿਹਦਾ ਗੁਰੂ ਇੱਕ ਹੋਵੇ, ਜਿਹਨੂੰ ਭਰੋਸਾ ਇੱਕ ਤੇ ਹੋਵੇ, ਉਹਦਾ ਹੱਥ ਕਦੀ ਨਹੀਂ ਸੜਦਾ। ਤੇਰਾ ਤਾਂ ਸੜਿਆ, ਤੈਨੂੰ ਕੌਣ ਬਚਾਉਣ ਆਵੇ? ਉਹ ਸ਼ੇਰਾਂ ਵਾਲੀ ਮਾਤਾ ਕੇ ਚਲੋ ਦੂਜਾ ਬਚਾ ਲੇਗਾ, ਮੈਂ ਕਿਉਂ ਜਾਵਾਂ? ਉਹ ਦੂਜੀ ਕਵੇ ਨਹੀਂ ਉਹ ਬਚਾ ਦੇਗੀ, ਮੈਂ ਕਿਉਂ ਜਾਵਾਂ? ਕੋਈ ਬਚਾਉਣ ਨਹੀਂ ਆਇਆ ਤੈਨੂੰ। ਪਰ ਜਿਹਦਾ ਭਰੋਸਾ ਇੱਕ ਤੇ ਹੋਵੇ, ਉਹਨੂੰ ਇੱਕ ਬਚਾਉਣ ਆਪੇ ਆ ਜਾਂਦਾ ਹੈ। ਤੇ ਇਹ ਸੀ ਜਮਾਲ ਅਤੇ ਪਤੰਗ। ਫਿਰ ਜਮਾਲ ਵੀ ਗੁਰੂ ਕਾ ਸਿੱਖ ਬਣਿਆ। ਕਹਿਣ ਲੱਗਾ ਮਹਾਰਾਜ ਅੱਜ ਤੋਂ ਬਾਅਦ ਮੈਂ ਕਿਸੇ ਕੋਲ ਨਹੀਂ ਜਾਣਾ, ਤੁਹਾਡਾ ਸਿੱਖ ਬਣਨਾ ਹੈ। ਉਹ ਸੀ ਜਮਾਲ ਤੇ ਪਤੰਗ। ਇਹ 4 ਗੁਰੂ ਕੇ ਪਿਆਰੇ ਸਨ। ਇਹਨੂੰ ਕਹਿੰਦੇ ਚੌ ਬੋਲੇ ਬਾਣੀ। ਇਹ ਬਾਣੀ ਰਾਗ ਰਹਿਤ ਹੈ, ਰਾਗ ਮੁਕਤ ਬਾਣੀ ਹੈ। 1363 ਅੰਗ ਤੋਂ ਲੈ ਕੇ 64 ਅੰਗ ਤੱਕ ਇਹ ਬਾਣੀ ਦਾ ਜਾਪ ਹੁੰਦਾ ਖਾਲਸਾ ਜੀਓ। ਇੱਥੇ ਇਹ 4 ਜਿਹੜੇ ਰੱਬ ਦੇ ਪਿਆਰੇ ਇਹ ਗੁਰਸਿੱਖ ਆਏ, ਭਗਤ ਆਏ, ਇਹਨਾਂ ਦਾ ਜ਼ਿਕਰ ਵੀ ਆਇਆ ਹੈ। ਆਬ ਆਗਮਨ ਕਾਜ ਸੁਨ ਲੀਜਹਿ। ਇਹ ਮਹਾਰਾਜ ਅਸੀਂ 15 ਭਗਤ ਹਾਂ ਤੇ ਇਹ 4 ਤੁਹਾਡੇ ਗੁਰੂ ਕੇ ਪਿਆਰੇ ਹਨ, ਇਹ ਵੀ ਨਾਲ ਆਏ। ਤੇ ਮਹਾਰਾਜ ਸਾਡੇ ਹੁਣ ਆਉਣ ਦਾ ਆਗਮਨ ਵੀ ਸਰਵਣ ਕਰ ਲੋ ਜੀ। ਔਰ ਵਿਚਾਰ ਪੁਨ ਪੂਰਨ ਕੀਜਹਿ। ਸਤਿਗੁਰ ਜੀ ਅਸੀਂ ਕਿਉਂ ਆਏ ਹਾਂ? ਇਹਦਾ ਕਾਰਨ ਇਹ ਹੈ, ਤੁਸੀਂ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਕਰਕੇ ਆਪ ਹੀ ਨਿਰਣਾ ਕਰ ਲਵੋ। ਵੇਦ ਕਹੈ ਨਾਰਾਇਣ ਸਵਾਸ। ਅਸਲ ਕਾਰਨ ਇਹ ਹੈ ਸਤਿਗੁਰ ਜੀ, ਜਿਹੜੇ 4 ਵੇਦ ਹਨ, ਰਿਗ ਵੇਦ, ਸ਼ਾਮ ਵੇਦ, ਯਜੁਰ ਵੇਦ, ਅਥਰਵਣ ਵੇਦ, ਇਹ 4 ਵੇਦ ਹਨ। ਤੇ ਇਹਨਾਂ ਵੇਦਾਂ ਨੂੰ ਨਾਰਾਇਣ ਪ੍ਰਮਾਤਮਾ ਦਾ ਸਵਾਸ ਕਿਹਾ ਜਾਂਦਾ ਹੈ। ਕਿ ਰੱਬ ਦੇ ਸਵਾਸ ਕੀ ਹੈ? ਰੱਬ ਦੇ ਸਾਹ ਹੈ ਇਹ ਵੇਦ, ਇਹ ਧਰਮ ਗ੍ਰੰਥ, ਇਹ ਗਿਆਨ ਦੇ ਗ੍ਰੰਥ ਹਨ। ਕਮਲਾਸਨ ਸ਼ੁਭ ਕੀਨ ਪ੍ਰਕਾਸ਼। ਕਮਲਾਸਨ ਬ੍ਰਹਮਾ ਨੇ ਆਪਣੇ ਮੁਖ ਤੋਂ ਇਹ 4 ਵੇਦ ਉਚਾਰਨ ਕੀਤੇ ਹਨ। ਹੋਰ ਵਿਆਸ ਵਿਸਤਾਰ ਬਨਾਵਾ। ਤੇ ਉਸ ਤੋਂ ਬਾਅਦ ਵੇਦ ਵਿਆਸ ਜੀ ਨੇ ਇਹਨਾਂ ਦੇ ਵਿਸਤਾਰ ਕੀਤਾ ਹੈ। ਪੁਰਾਣ ਲਿਖ ਕੇ, ਹੋਰ ਸਾਰੇ ਗ੍ਰੰਥ ਲਿਖ ਕੇ, ਉਪਨਿਸ਼ਦ ਆਦਿ ਲਿਖ ਕੇ ਇਹਨਾਂ ਦਾ ਵਿਸਤਾਰ ਕੀਤਾ ਹੈ, ਇਹਨਾਂ 4 ਵੇਦਾਂ ਦਾ। ਕਾਰਨ ਉਦਾਹਰਨ ਹੇਤ ਉਪਾਵਾ। ਤੇ ਕਾਰਨ ਇਹ ਸੀ ਕਿ ਮਨੁੱਖਾਂ ਦਾ ਬੇੜਾ ਪਾਰ ਹੋ ਜਾਵੇ। ਤਿਨ ਮਹਿ ਬਾਮ ਦੇਵਤੇ ਆਦ। ਪਰ ਮਹਾਰਾਜ ਇਹਨਾਂ ਵੇਦਾਂ ਵਿੱਚ ਭਗਤੀ ਰਸ ਬਹੁਤ ਘੱਟ ਹੈ। ਮਹਾਰਾਜ ਭਗਤੀ ਰਸ ਇਤਨਾ ਘੱਟ ਹੈ ਕਿ 80,000 ਸ਼ਲੋਕ ਇਹ ਤਾਂ ਮਹਾਰਾਜ ਸਾਰੇ ਕਰਮ ਕਾਂਡ ਦੇ ਆ। ਬਾਕੀ ਜਿਹੜੇ ਮਹਾਰਾਜ 16,000 ਉਹ ਮਹਾਰਾਜ ਥੋੜਾ ਗਿਆਨ ਕਾਂਡ ਹੈ। 4,000 ਭਗਤੀ ਕਾਂਡ ਹੈ ਮਹਾਰਾਜ। ਬਾਕੀ ਮਹਾਰਾਜ ਉਹ ਜਿਹੜੀ ਕਥਾ ਕਹਾਣੀਆਂ ਉਹ ਬਾਮਦੇਵ ਦੀ ਕਥਾ ਕਹਾਣੀਆਂ, ਕਾਮ ਦੀਆਂ ਕਥਾ ਕਹਾਣੀਆਂ, ਹੋਰ ਮੁਨੀਆਂ ਦੀਆਂ ਕਥਾ ਕਹਾਣੀਆਂ ਇਹੀ ਲਿਖੀਆਂ ਹਨ। ਸਾਖੀ ਲਿਖੇ ਮੁਨੀਨ ਵਿਵਾਦ। ਮੁਨੀਨ ਵਿਵਾਦ, ਮੁਨੀਨ ਕਹਿੰਦੇ ਮੁਨੀਆਂ ਦੀ ਸਾਖੀ ਬਹੁਤ ਮੁਨੀਆਂ ਦੀ ਕਿ ਫਲਾਣਾ ਮੁਨੀ ਹੋਇਆ ਉਹਨੇ ਇਹ ਕਰਤਾ ਜੀ, ਫਲਾਣਾ ਮੁਨੀ ਹੋਇਆ ਉਹਨੇ ਕਿਹਾ ਜਾ ਤੈਨੂੰ ਸ਼ਰਾਪ ਦੇ ਰਿਹਾ, ਜਾ ਮਰ ਪਰੇ। ਉਹ ਸ਼ਰਾਪ ਹੀ ਦੇਈ ਜਾਂਦੇ ਕਿਸੇ ਨੂੰ। ਪਰ ਗੁਰੂ ਘਰ ਕੀ ਹੈ ਇੱਥੇ ਕਹਿਣਾ, ਇੱਕ ਸਾਧ ਬਚਨ ਅਟਲਾਦਾ ਅੱਖੋ ਸਤਨਾਮ। ਇੱਥੇ ਖਾਲਸਾ ਜੀ ਵਰ ਸ਼ਰਾਪ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਸ਼ਰਾਪ ਦਾ ਅਰਥ ਇੱਥੇ ਹੋਮੇ ਵਾਲਾ ਨਹੀਂ ਹੁੰਦਾ, ਧਿਆਨ ਰੱਖਣਾ। ਉਹ ਸ਼ਰਾਪ ਅਸੀਂ ਕਹਿੰਦੇ ਆ ਵੀ ਜਾ ਤੈਨੂੰ ਮੈਂ ਸ਼ਰਾਪ ਦੇ ਰਿਹਾ, ਪਰ ਮੈਂ ਦੇ ਰਿਹਾ ਇੱਥੇ ਮੈਂ ਨਹੀਂ ਹੁੰਦੀ। ਗੁਰੂ ਸਾਹਿਬ ਵਿੱਚ ਕਦੀ ਮੈਂ ਹੈ ਹੀ ਨਹੀਂ। ਇੱਕ ਸਾਧ ਬਚਨ ਅਟਲਾਦਾ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ਵਚਨ ਹੋਏ, ਪਰ ਉੱਥੇ ਹੋਮੇ ਵਾਲੇ ਬਚਨ ਨਹੀਂ ਜੋ ਧੁਰੋਂ ਲਿਖੇ ਆਏ ਸਨ, ਬਚਨ ਅੰਦਰੋਂ ਆਪੇ ਹੋਏ। ਖਾਲਸਾ ਜੀ ਉਹ ਨਾਮ ਦਿੱਤਾ ਸ਼ਰਾਪ, ਨਾਮ ਦਿੱਤਾ ਵਰ, ਪਰ ਬਚਨ ਜੋ ਧੁਰ ਤੋਂ ਹੋਣੇ ਸਨ ਉਹ ਇਸ ਤਰ੍ਹਾਂ ਹੋਏ। ਹੋਮੇ ਵਾਲਾ ਬਚਨ ਕੋਈ ਨਹੀਂ ਹੋਇਆ। ਪਰ ਉਧਰ ਹੋਮੇ ਵਾਲੇ ਬਚਨ, ਕਿਸੇ ਮੁਨੀ ਦੀ ਇੱਛਾ ਨਹੀਂ ਪੂਰੀ ਹੋਈ, ਜਾ ਮਰ ਪਰੇ ਤੂੰ,
ਇੱਛਾ ਪੂਰੀ ਹੋ ਗਈ, ਲੈ ਭਗਤ ਤੇਰੇ ਘਰ ਇਹ ਆ ਜਾਏਗਾ। ਵੇਦਾਂ ਵਿੱਚ ਮਹਾਰਾਜ ਇਹੀ ਹੈ, ਭਗਤ ਖੁਦ ਕਹਿ ਰਹੇ ਹਨ। ਭਗਤ ਕਬੀਰ ਸਾਹਿਬ ਕਹਿ ਰਹੇ ਮਹਾਰਾਜ ਇਹਨਾਂ ਚਾਰ ਵੇਦਾਂ 'ਚ ਇਹੀ ਲਿਖਿਆ ਹੋਇਆ ਹੈ। ਤੈਨ ਵੇਦਨ ਕੋ ਦੂਸਰ ਰੂਪ। ਤੇ ਮਹਾਰਾਜ ਇਹ ਵੇਦ, ਇਹ ਧਰਮ ਗ੍ਰੰਥ, ਇਹ ਗਿਆਨ ਦੇ ਗ੍ਰੰਥ ਹੁਣ ਦੂਜਾ ਰੂਪ ਮਹਾਰਾਜ ਤੁਸੀਂ ਤਿਆਰ ਕਰ ਰਹੇ ਹੋ, ਸ਼ੁੱਧ ਸਰੂਪ ਉਹਨਾਂ ਦਾ। ਉਹ ਅਸ਼ੁੱਧ ਸਰੂਪ ਹੋਵੇਗਾ, ਆਪਣੀ ਥਾਂ ਤੇ ਠੀਕ ਹੋਣਗੇ ਖਾਲਸਾ ਜੀ। ਨਾਮ ਉਹਨਾਂ 'ਚ ਵੀ ਹੈ ਪਰ ਨਾਮ ਥੋੜਾ ਥੋੜਾ ਹੈ। ਵੇਦਾਂ ਮਹਿ ਨਾਮ ਉੱਤਮ, ਸੋ ਸੁਣੈ ਨਾਹੀ ਫਿਰ ਹੈ ਜਿਉ ਬਿਤਾਲਿਆ। ਝੂਠ ਵੀ ਨਹੀਂ ਕਹਿਣਾ ਇਹਨਾਂ ਨੂੰ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਨਾ ਆਖੋ ਇਹਨਾਂ ਨੂੰ। ਝੂਠਾ ਕੌਣ ਹੈ? ਝੂਠਾ ਜੋ ਨਾ ਵਿਚਾਰ ਹੈ। ਜਿਹੜਾ ਵਿਚਾਰ ਨਹੀਂ ਕਰਦਾ ਉਹ ਝੂਠਾ ਹੈ ਠੀਕ ਆਪਣੀ ਥਾਂ ਤੇ। ਪਰ ਮਹਾਰਾਜ ਜਿਹੜੀ ਤੁਹਾਡੀ ਬਾਣੀ ਹੈ ਨਾ, ਤੁਸੀਂ ਵਿਚਾਰਦੇ ਹੋ, ਉਹ ਸਭ ਤੋਂ ਸ੍ਰੇਸ਼ਟ ਹੈ। ਰਚਨ ਲਗੇ ਮਤ ਗ੍ਰੰਥ ਅਨੂਪ। ਤੁਸੀਂ ਮਹਾਰਾਜ ਉਪਮਾ ਤੋਂ ਰਹਿਤ ਇਹ ਵੱਡਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਹੋ। ਲਿਖੋ ਇਹਾਂ ਸਾਖੀ ਭਗਤਨ ਕੇ। ਤੇ ਮਹਾਰਾਜ ਆਪਣੀ ਬਾਣੀ ਸਾਡਾ ਵੀ ਨਾਮ ਲਿਖ ਦਿਓ ਮਹਾਰਾਜ। ਥੋੜਾ ਬਹੁਤਾ ਹੈ ਮਹਾਰਾਜ, ਨਾਮ ਧਾਰੀ ਕਹਾਂ, ਤੁਹਾਡੇ ਭਗਤ ਆ ਮਹਾਰਾਜ, ਰੱਬ ਦੇ ਪਿਆਰੇ ਹਾਂ। ਤੇ ਮਹਾਰਾਜ ਸਾਡੀ ਗੱਲ ਵੀ ਲਿਖੋ ਇੱਥੇ ਕਿ ਫਲਾਣਾ ਭਗਤ ਨਾਮਦੇਵ ਜੀ ਹੋਏ, ਫਲਾਣੇ ਭਗਤ ਧੰਨਾ ਜੀ ਹੋਏ, ਫਲਾਣੇ ਭਗਤ ਰਵਿਦਾਸ ਜੀ ਹੋਏ, ਫਲਾਣੇ ਭਗਤ ਜੈਦੇਵ ਜੀ, ਤਿਲੋਚਨ ਜੀ, ਬੇਣੀ ਜੀ, ਸਦਨਾ ਜੀ, ਸਹਿਣ ਜੀ, ਫਰੀਦ ਜੀ ਆਦਿਕ ਮਹਾਰਾਜ ਤੁਹਾਡੇ ਭਗਤ ਹੀ ਹੋਏ। ਇਹਨਾਂ ਬਾਰੇ ਵੀ ਕੁਝ ਲਿਖੋ। ਭਈ ਬਾਰਤਾ ਜਿਮ ਪ੍ਰਭ ਜਨ ਕੇ। ਤੇ ਮਹਾਰਾਜ ਜਿਵੇਂ ਪ੍ਰਭੂ ਦੇ ਜਨਾਂ ਦੀ ਵਾਰਤਾ ਹੋਈ, ਗੱਲਬਾਤ ਹੋਈ, ਉਹਨਾਂ ਭਗਤਾਂ ਦੀ ਜੋ ਗੱਲਬਾਤ ਹੋਈ ਰੱਬ ਨਾਲ, ਉਹ ਮਹਾਰਾਜ ਲਿਖੋ ਤਾਂ ਸਹੀ। ਕਿਹੜੀ ਵਾਰਤਾ ਲਿਖੀਏ ਜੀ? ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨ ਕਟਕ ਜਲ ਤਰੰਗ ਜੈਸਾ। ਇਹ ਵਾਰਤਾ ਹੋਈ ਰਵਿਦਾਸ ਜੀ ਦੀ ਰੱਬ ਨਾਲ। ਇੱਕ ਵਾਰੀ ਭਗਤ ਜੀ ਰੁੱਟ ਗਏ ਰੱਬ ਤੋਂ, ਰੱਬ ਜੀ ਤੁਹਾਨੂੰ ਮੈਂ ਨਹੀਂ ਮੰਨਦਾ, ਜਾਓ ਪਰੇ ਹਟ ਜਾਓ। ਰੱਬ ਕਹਿਣ ਲੱਗਾ ਕੀ ਗੱਲ ਭਗਤਾ, ਮੇਰੇ ਕੋਲ ਤਾਂ ਬਹਿ। ਕਹਿੰਦਾ ਨਹੀਂ। ਬੱਚੇ ਵਾਂਗ ਰੱਬ ਜੀ ਤੋਂ ਰੁੱਟ ਗਏ ਭਗਤ ਰਵਿਦਾਸ ਜੀ। ਕਹਿਣ ਲੱਗੇ ਰੱਬ ਜੀ ਤੁਹਾਡਾ ਨਾਮ ਜਿਹੜਾ ਪਤਿਤ ਪਾਵਨ ਹੈ ਸਾਡੇ ਕਰਕੇ ਹੈ। ਜੇ ਅਸੀਂ ਨਾ ਹੁੰਦੇ ਨਾ, ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ। ਰੱਬ ਜੀ ਕਹਿਣਗੇ ਠੀਕ ਹੈ ਭਗਤਾ, ਆ ਜਾ ਮੇਰੇ ਕੋਲ ਬਹਿ ਜਾ। ਇਹ ਵਾਰਤਾਲਾਪ ਹੋਈ ਮਹਾਰਾਜ। ਜਿਹੜੀ ਜਿਹੜੀ ਵਾਰਤਾਲਾਪ ਰੱਬ ਨਾਲ ਸਿੱਧੀ ਗੋਸ਼ਟ ਹੋਈ ਨਾ, ਤੇ ਮਹਾਰਾਜ ਉਹ ਲਿਖੋ ਜੀ। ਕਾਲ ਜੁਗ ਘੋਰ ਮੰਦ ਮਤ ਜਾਣੇ। ਤੇ ਮਹਾਰਾਜ ਇਹ ਕਲਯੁਗ ਦੇ ਬੰਦੇ ਇਹ ਮੰਦ ਮਤੀ ਹਨ, ਤੁੱਛ ਬੁੱਧੀ ਵਾਲੇ ਹਨ। ਇੱਥੇ ਘੋਰ ਹਨੇਰਾ ਹੈ। ਤੈਨ ਹਿਤ ਰਚੋ ਸੁਖੇਨ ਮਹਾਨੇ। ਤੇ ਮਹਾਰਾਜ ਉਹਨਾਂ ਲਈ ਇਹ ਸੁਖੇਨ ਮਹਾਨ ਗ੍ਰੰਥ ਆਪ ਜੀ ਰਚੋ ਜੀ। ਇਸ ਮਹਿ ਸ਼ਬਦ ਲਿਖਾਏ ਹਮਾਰੇ। ਤੇ ਮਹਾਰਾਜ ਜੀ ਇਸ ਬਾਣੀ ਸਾਡੇ ਸ਼ਬਦ ਵੀ ਲਿਖੋ ਜੀ। ਉਪਦੇਸ਼ਨ ਹਿਤ ਦੇਹੋ ਬਿਸਤਾਰੇ। ਪਰ ਹੈ ਤਾਂ ਬਾਣੀ ਰੱਬ ਦੀ ਹੈ ਬਾਣੀ, ਜੋ ਰੱਬ ਨਾਲ ਸਾਡੀ ਗੋਸ਼ਟ ਹੋਈ। ਜਿਵੇਂ ਜਿਵੇਂ ਅਸੀਂ ਸੁਰਤੀ ਬਿਰਤੀ ਨਾਲ ਰੱਬ ਨਾਲ ਵਿਚਾਰ ਕੀਤੀਆਂ, ਤੇ ਮਹਾਰਾਜ ਤੁਸੀਂ ਉਹ ਸਾਰੀ ਵਾਰਤਾ ਇੱਥੇ ਲਿਖੋ ਕਿ ਸਾਰੀ ਸੰਗਤ ਇਹਨੂੰ ਸੁਣ ਕੇ ਆਪਣੇ ਅੰਦਰ ਕਮਾਵੇਗੀ। ਸ੍ਰੀ ਅਰਜਨ ਸੁਨ ਭਗਤਨ ਬਿਨਤੇ। ਇਹਨਾਂ 15 ਭਗਤਾਂ ਦੀ ਬੇਨਤੀ ਜਦੋਂ ਸੁਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਏਤ ਲਿਖਾਵਨ ਕੀਨ ਸਗਿਨਤੇ। ਤੇ ਮਹਾਰਾਜ ਜੀ ਨੇ ਥੋੜੀ ਵਿਚਾਰ ਕੀਤੀ। ਗਿਣਤੀ ਕਹਿੰਦੇ ਵਿਚਾਰ ਕਰਨੀ। ਕਿ ਬਾਣੀ ਲਿਖਵਾਉਣ ਲਈ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਵਿਚਾਰ ਕੀਤੀ ਹੈ। ਸਾਵਹਿਨ ਸੋ ਸ੍ਰੀ ਗੁਰ ਫਰਮਾਇਓ। ਤੇ ਸਭਨਾਂ ਨੂੰ ਗੁਰੂ ਸਾਹਿਬ ਜੀ ਕਹਿਣ ਲੱਗੇ ਹਨ, ਪ੍ਰਥਮ ਜੋ ਤੁਮਨੇ ਕਛੂ ਬਨਾਇਓ। ਸਤਿਗੁਰ ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ, ਰਵਿਦਾਸ ਜੀ, ਨਾਮਦੇਵ 15 ਭਗਤੋ ਜੀ, ਜੋ ਤੁਸਾਂ ਨੇ ਪਹਿਲਾਂ ਜੋ ਕੁਝ ਲਿਖਿਆ ਹੈ ਲਿਖਵਾਇਆ ਹੈ, ਸੋ ਨ
ਚੜਾਵ ਹੈ ਗ੍ਰੰਥ ਮਜਾਰੇ। ਸੋ ਨਾ ਚੜਾਵਹਿ, ਇੱਥੇ ਪਾਠ ਦੋਵੇਂ ਆਉਂਦੇ, ਸੋਨ ਵੀ ਆਉਂਦਾ ਹੈ ਤੇ ਸੋ ਨਾ ਵੀ ਆਉਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਅਸੀਂ ਉਹਨੂੰ ਚੰਗੀ ਤਰ੍ਹਾਂ ਸੁਣ ਕੇ ਚੜਾਵਾਂਗੇ, ਐਵੇਂ ਨਹੀਂ ਚੜਾਵਾਂਗੇ। ਸੋ ਨਾ ਚੜਾਵੇਂ, ਜਿਹੜੇ ਤੁਸੀਂ ਪਹਿਲਾਂ ਬਾਣੀ ਉਚਾਰਨ ਕੀਤੀ ਹੈ ਨਾ, ਅਸੀਂ ਉਹ ਚੜਾਣੀ ਨਹੀਂ, ਅਸੀਂ ਚੜਾਵਾਂਗੇ ਕੀ ਉਹ ਦੱਸਦੇ ਹਨ। ਰਚੋ ਅਬ ਹੈ ਇਸ ਕੇ ਅਨੁਸਾਰੇ। ਤੁਸੀਂ ਹੁਣ ਇਸ ਗੁਰਮਤ ਅਨੁਸਾਰ ਜੋ ਧੁਰ ਕੀ ਬਾਣੀ, ਜੋ ਤੁਹਾਨੂੰ ਸਿੱਧਾ ਇਲਹਾਮ ਹੋ ਰਿਹਾ ਹੈ, ਤੁਸੀਂ ਉਹ ਉਚਾਰਨ ਕਰੋ। ਅਸੀਂ ਚੰਗੀ ਤਰ੍ਹਾਂ ਸੁਣ ਕੇ ਫਿਰ ਲਿਖਾਂਗੇ। ਯਥਾ ਕ੍ਰਮ ਬਾਣੀ ਸੋ ਬਨਾਓ। ਤੇ ਆਪ ਜੀ ਕ੍ਰਮਵਾਰ ਬਾਣੀ ਬਣਾਓ, ਜਿਵੇਂ ਜਿਵੇਂ ਤੁਹਾਨੂੰ ਇਲਹਾਮ ਹੋ ਰਿਹਾ। ਭਗਤ ਕਬੀਰ ਸਾਹਿਬ, ਉਪਰੰਤ ਨਾਮਦੇਵ, ਫਿਰ ਰਵਿਦਾਸ, ਕ੍ਰਮਵਾਰ ਬਾਣੀ ਲਿਖੀ ਮਹਾਰਾਜ ਜੀ ਨੇ। ਤਰਤੀਬ ਅਨੁਸਾਰ ਇਹਨਾਂ ਦੀ ਬਾਣੀ ਮਹਾਰਾਜ ਜੀ ਲਿਖਣਗੇ। ਪ੍ਰਥਕ ਪ੍ਰਥਕ ਵਿੱਚ ਰਾਗ ਲਿਖਾਓ। ਪ੍ਰਥਕ ਪ੍ਰਥਕ ਕਹਿੰਦੇ ਵੱਖ ਵੱਖ ਰਾਗ ਵਿੱਚ, ਜੋ ਤੁਹਾਡੀ ਜੜੀ ਬਾਣੀ ਜਿਸ ਰਾਗ ਵਿੱਚ ਹੈ ਉਹੀ ਲਿਖਾਣਾ। ਹੁਣ ਭਗਤ ਸੂਰਦਾਸ ਦਾ ਇੱਕੋ ਸ਼ਬਦ, ਇੱਕੋ ਪੰਕਤੀ ਹੈ ਖਾਲਸਾ ਜੀਓ, ਰਾਗ ਸਾਰੰਗ ਵਿੱਚ 1300 1253 ਅੰਗ ਤੇ ਇੱਕੋ ਪੰਕਤੀ ਆਉਂਦੀ। ਛਾੜ ਮਨ ਹਰ ਵਿਮੁਖਨ ਕੋ ਸੰਗ, ਇੱਕੋ ਪੰਕਤੀ ਅੱਗੇ ਆ ਗਿਆ ਮਹੱਲਾ ਪੰਜਵਾਂ। ਇਸੇ ਤਰ੍ਹਾਂ ਰਾਮਾਨੰਦ ਦਾ ਇੱਕੋ ਸ਼ਬਦ ਹੈ, ਪਰਮਾਨੰਦ ਦਾ ਇੱਕੋ ਸ਼ਬਦ ਹੈ, ਸਦਨਾ ਦਾ ਇੱਕੋ ਸ਼ਬਦ ਹੈ, ਭੀਖਣ ਦੇ 2 ਸ਼ਬਦ ਹਨ। ਜੋ ਜੋ ਜਿਸ ਰਾਗ ਵਿੱਚ ਜੋ ਬਾਣੀ ਹੈ ਤੁਹਾਡੀ ਉਹੀ ਬਾਣੀ ਲਿਖਾਂਗੇ। ਪਰ ਧਿਆਨ ਰੱਖਣਾ ਇਸ ਵਿੱਚ ਕੋਈ ਹੋਮੈ ਵਾਲਾ ਅੰਸ਼ ਨਾ ਰਵੇ। ਜਿੱਥੇ ਹੋਮੈ ਆਈ, ਭਗਤ ਕਾन्हा ਜੀ ਦੇ ਅੰਦਰ ਬਾਣੀ ਲਿਖੀ ਨਹੀਂ। ਅੱਗੇ ਜ਼ਿਕਰ ਆਵੇਗਾ ਭਗਤ ਕਾन्हा ਜੀ, ਛੱਜੂ ਜੀ, ਪੀਲੂ ਜੀ, ਸ਼ਾਹ ਹੁਸੈਨ, ਇਹ ਥੋੜੇ ਹੋਮੈ ਵਾਲੇ ਬਣ ਗਏ ਸਨ, ਥੋੜੇ ਥੋੜੇ ਸੂਖਮ ਹੋਮੈ। ਜਿੱਥੇ ਹੋਮੈ ਹੈ ਉੱਥੇ ਬਾਣੀ ਨਹੀਂ। ਉਹ ਕਹਿੰਦਾ ਸੀ ਮੈਂ ਉਹੀ ਰੇ, ਮੈਂ ਉਹੀ ਰੇ, ਪਰੇ ਹਟ ਜਾ ਤੂੰ, ਥੋੜਾ ਜਿਹਾ ਪਰੇ ਹਟ ਜਾ। ਉਹੀ ਫਿਰ ਇੱਥੇ ਕਹਿਣ ਲੱਗੇ ਤੋਹੀ ਮੋਹੀ, ਮੋਹੀ ਤੋਹੀ। ਪਹਿਲਾਂ ਤੋਹੀ ਆਇਆ ਖਾਲਸਾ ਜੀ, ਪਹਿਲਾਂ ਮੈਂ ਨਹੀਂ ਆਇਆ ਨਾ, ਪਹਿਲਾਂ ਤੂੰ ਆਇਆ। ਤੇ ਇੱਥੇ ਮੈਂ ਉਹੀ ਰੇ। ਦੇਖਣਾ ਜਿੱਥੇ ਮੈਂ ਉਹੀ ਰੇ ਤੇ ਮੈਂ ਫਿਰ ਪਿੱਛੇ ਹਟ ਜਾ ਤੂੰ, ਪਹਿਲਾਂ ਮੈਂ ਤੇਰੀ ਗੱਲ ਹੈ। ਤੇ ਭਗਤ ਜੀ ਕਹਿੰਦੇ ਰਵਿਦਾਸ ਜੀ, ਰੱਬ ਜੀ ਤੋਹੀ, ਤੁਸੀਂ ਬਸ, ਤੁਸੀਂ ਹੋ ਬਸ। ਇਸ ਕਰਕੇ ਇਹ ਹੈ ਜਿੱਥੇ ਇੱਕ ਮੈਂ ਦਾ ਅੰਸ਼ ਖਤਮ ਹੋ ਜਾਵੇ ਉੱਥੇ ਸਿੱਧਾ ਇਲਹਾਮ ਹੁੰਦਾ ਹੈ। ਸੋਨ ਹਰਖੇ ਸਭ ਭਗਤ ਬਸਾਲਾ। ਤੇ ਜਦੋਂ ਇਹਨਾਂ ਨੇ ਉਹ ਮਹਾਰਾਜ ਜੀ ਦੇ ਬਚਨ ਸੁਣੇ ਹਨ, ਧੰਨ ਧੰਨ ਉਚਰ ਹੈ ਤਿਸ ਕਾਲਾ। ਭਗਤ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਧੰਨ ਹੋ, ਧੰਨ ਹੋ। ਲੱਗੇ ਬਨਾਵਨ ਗਿਰਾ ਨਵੀਨ। ਨਵੀਨ ਨਵੀਨ ਜੋ ਬਾਣੀ ਹੈ ਇਹਨਾਂ ਦੀ, ਜੋ ਤੁਰਕੀ ਬਾਣੀ, ਸਿੱਧਾ ਇਲਹਾਮ ਹੋ ਰਿਹਾ ਮਹਾਰਾਜ। ਪਹਿਲਾਂ ਪੋਥੀਆਂ ਸੀ ਮਹਾਰਾਜ ਜੀ ਕੋਲ, ਉਹਨਾਂ 4 ਪੋਥੀਆਂ 'ਚ ਬਾਣੀ ਸੀ ਭਗਤ ਫਰੀਦ ਸਾਹਿਬ ਦੀ, ਭਗਤ ਕਬੀਰ ਸਾਹਿਬ ਦੀ, ਮਹਾਰਾਜ ਜੀ ਨੇ ਉਹ ਵੀ ਮਲਾਈ ਹੈ। ਤੇ ਇਹਨਾਂ ਦੀ ਬਾਣੀ ਜੋ ਇਲਹਾਮ ਹੋਇਆ, ਦੋਵੇਂ ਸ਼ਬਦ ਇੱਕ ਹਨ, ਪਰ ਲਿਖਿਆ ਕੀ ਮਹਾਰਾਜ ਜੀ ਨੇ ਇੱਕੋ ਹੀ ਹਨ। ਪਰ ਜੋ ਸਿੱਧਾ ਇਲਹਾਮ ਹੋ ਰਿਹਾ ਹੈ ਤੇ ਉਹ ਲਿਖੀ ਜਾ ਰਹੇ ਹਨ। ਬੈਠ ਸਮੀਪੇ ਗੁਰੂ ਪ੍ਰਬੀਨ। ਗੁਰੂ ਮਹਾਰਾਜ ਜੀ ਦੇ ਕੋਲ ਬੈਠ ਕੇ ਜਿਹੜੇ ਗੁਰੂ ਪ੍ਰਬੀਨ, ਗੁਰੂ ਅਰਜਨ ਦੇਵ ਮਹਾਰਾਜ ਪੂਰੇ ਹਨ, ਪੂਰੇ ਸਤਿਗੁਰੂ ਕੋਲ ਬੈਠ ਕੇ ਇਹ ਬਾਣੀ ਉਚਾਰ ਰਹੇ ਹਨ। ਹੋਰਾ ਸ੍ਰੀ ਅਰਜਨ ਅਰਜਨ ਸੁਨ ਹੈ, ਅਰਜਨ ਜਸ ਉਪਜਾਏ। ਧੰਨ ਗੁਰੂ ਮਹਾਰਾਜ ਅਰਜਨ ਦੇਵ ਪਾਤਸ਼ਾਹ ਜੀ, ਜੋ ਸਭ ਦੀਆਂ ਬੇਨਤੀਆਂ ਸੁਣਦੇ ਹਨ, ਜਿਨ੍ਹਾਂ ਦਾ ਜਸ ਸ਼ੁੱਧ ਹੈ, ਉਜਵਲ ਹੈ, ਬਿਲਕੁਲ ਸਾਫ ਸੁਥਰਾ ਹੈ। ਸਮੈ ਦੁਪਹਿਰੇ ਲਗ ਗੁਰੂ, ਬੈਠ ਗ੍ਰੰਥ ਲਿਖਵਾਏ। ਤੇ ਮਹਾਰਾਜ ਜੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬਾਣੀ ਲਿਖਾਉਂਦੇ ਹਨ। ਇੱਕ ਆਸਨ ਤੇ ਬੈਠ ਕੇ ਮਹਾਰਾਜ ਉਹਨਾਂ 4 ਪੋਥੀਆਂ 'ਚ ਵੀ ਬਾਣੀ ਉਚਾਰ ਕਰਦੇ। ਭਗਤ ਨਾਲ
ਭਗਤ ਵੀ ਕਈ ਵਾਰੀ ਆ ਕੇ ਸ਼ਬਦ ਲਿਖਾਉਂਦੇ ਹਨ ਤੇ ਭਾਈ ਸਾਹਿਬ ਜੀ ਬਾਣੀ ਲਿਖੀ ਜਾ ਰਹੇ। ਇਸ ਤਰ੍ਹਾਂ 15 ਭਗਤਾਂ ਦੀ ਬਾਣੀ ਮਹਾਰਾਜ ਜੀ ਨੇ ਦਰਜ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ 4 ਇਹ ਗੁਰੂ ਕੇ ਪਿਆਰੇ ਹਨ। ਸੰਮਣ ਮੂਸਣ ਜਮਾਲ ਪਤੰਗ ਪਰ ਉੱਥੇ ਮਹੱਲਾ ਪੰਜਵਾਂ ਪਹਿਲਾ ਆਇਆ ਹੈ। ਜੋ ਬੋਲੇ ਮਹੱਲਾ ਪੰਜਵਾਂ ਜ਼ਿਕਰ ਹੈ ਚਾਰੋਂ ਭਗਤਾਂ ਦਾ, ਪਰ ਮਹੱਲਾ ਪੰਜਵਾਂ ਗੁਰੂ ਦੇ ਉੱਪਰ ਆਪਣਾ ਸਿਰਲੇਖ ਪਾਤਾ ਤੇ 4 ਗੁਰਸਿੱਖਾਂ ਦੀ ਬਾਣੀ ਵੀ ਹੈ। ਇੱਕ ਰੱਬ ਦੇ ਪਿਆਰੇ ਹਨ ਬਾਬਾ ਸੁੰਦਰ ਜੀ, ਰਾਮ ਕਲੀ ਸਦ ਗੁਰੂ ਅਮਰਦਾਸ ਜੀ ਦੇ ਪੜ ਪੋਤਰੇ ਹਨ। ਸੱਤਾ ਬਲਵੰਡ ਅੱਗੇ ਜ਼ਿਕਰ ਆਵੇਗਾ ਇਹਨਾਂ ਦਾ ਖਾਲਸਾ ਜੀਓ। ਇੱਕ ਹੈ ਰੱਬ ਦਾ ਪਿਆਰਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਜਿਹੜਾ ਕਦੀ ਮਰਿਆ ਨਾ ਖਾਲਸਾ ਜੀਓ। ਭਾਵੇਂ ਕਈ ਨੂੰ ਨਹੀਂ ਮੰਨਦੇ, ਰੱਬ ਜੀ ਮਰਦਾਨਾ ਜੀ ਉਹ ਹੋਏ ਜਿਹੜੇ ਗੁਰੂ ਨਾਲ ਜੁੜ ਕੇ ਕਦੀ ਮਰਨਗੇ ਨਹੀਂ ਤੇ ਨਾ ਹੀ ਮਰੇ ਖਾਲਸਾ ਜੀਓ। ਜਿਨ੍ਹਾਂ ਨੇ ਹਮੇਸ਼ਾ ਰਬਾਬ ਵਜਾਈ, ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ ਤੇ ਖਾਲਸਾ ਜੀ ਉਹ ਹਨ ਇਹ 4 ਰੱਬ ਦੇ ਪਿਆਰੇ। ਤੇ ਕਿਵੇਂ ਸਭ ਦੀ ਬਾਣੀ ਲਿਖੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਭਗਤ ਬੜੇ ਹੋਏ, ਬਾਣੀ 'ਚ ਅਨੇਕਾਂ ਦੇ ਨਾਮ ਆਏ। ਉਥੇ ਭਗਤ ਧਰੂ ਦਾ ਵੀ ਨਾਮ ਆਇਆ, ਨਾਮ ਜਪੋ ਜੀ ਐਸੇ ਰਾਮ ਜਪੋ ਜੀ ਐਸੇ ਐਸੇ ਧਰੂ ਪਹਿਲਾ ਜਪਿਓ ਹਰ ਜੈਸੇ। ਉਹਦਾ ਜ਼ਿਕਰ ਕਿੱਥੇ ਹੈ ਜੀ? ਉਹਦਾ ਜ਼ਿਕਰ ਹੈ ਬਾਣੀ ਦੀ ਕੁੰਜੀ ਵਿੱਚ। ਕੁੰਜੀ ਕਹਿੰਦੇ ਚਾਬੀ ਵਿੱਚ। ਤਾਲਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਚਾਬੀ ਹੈ ਭਾਈ ਗੁਰਦਾਸ ਜੀ ਦੀ ਬਾਣੀ। ਤੇ ਉੱਥੇ 10ਵੀਂ ਵਾਰ ਦੀ ਵਿੱਚ ਸਾਰੇ ਭਗਤਾਂ ਦਾ ਜ਼ਿਕਰ ਆਇਆ ਹੈ। ਭਗਤ ਪ੍ਰਹਲਾਦ, ਭਗਤ ਧਰੂ ਆਦਿਕ, ਭਗਤ ਸੁਦਾਮਾ ਆਦਿਕ, ਉਹਨਾਂ ਨੇ ਜ਼ਿਕਰ ਸਭ ਦਾ ਖੋਲ ਕੇ ਲਿਖਿਆ ਹੈ। ਪਰ ਜਿਨ੍ਹਾਂ ਦੀ ਬਾਣੀ ਦਰਜ ਹੈ ਉਹ ਹੈ ਇਹ ਰੱਬ ਦੇ ਪਿਆਰੇ 15। ਉਹ ਵੀ ਭਗਤ ਹੋਏ, ਪਰ ਭਗਤੀ ਕਰਨ ਵਾਲੇ ਭਗਤ, ਉਹਨਾਂ ਦੀ ਬਾਣੀ ਦਰਜ ਨਹੀਂ, ਉਹਨਾਂ ਨੇ ਨਾਮ ਜ਼ਿਕਰ ਕੀਤਾ ਹੈ ਕਿ ਕਿਵੇਂ ਭਗਤੀ ਕੀਤੀ। ਉਸ ਭਗਤ ਧਰੂ ਨੇ, ਭਗਤ ਪ੍ਰਹਲਾਦ ਨੇ ਤੇ ਬਿਪ ਸੁਦਾਮਾ ਦਾਲਦੀ ਜਿਹੜੇ ਹੁਣੇ ਰਾਗੀ ਸਿੰਘ ਸ਼ਬਦ ਉਚਾਰ ਰਹੇ ਸਨ, ਛੱਡ ਸਿੰਘਾਸਣ ਹਰ ਜੀ ਆਏ। ਤੇ ਐਸੀ ਬਾਣੀ ਨੂੰ ਮਹਾਰਾਜ ਨੇ ਕੀ ਆਖਿਆ ਕਿ ਬਾਣੀ ਦੀ ਕੁੰਜੀ ਹੈ ਇਹ ਭਾਈ ਗੁਰਦਾਸ ਜੀ ਦੀ ਵਾਰਾਂ ਅਤੇ ਕਵਿਸ ਸਵਈਏ। ਇਸ ਤਰ੍ਹਾਂ ਮਹਾਰਾਜ ਬਾਣੀ ਕਿਵੇਂ ਉਚਾਰ ਰਹੇ ਹਨ ਤੇ ਭਗਤਾਂ ਦੀ ਬਾਣੀ ਕਿਵੇਂ ਦਰਜ ਕਰਨਗੇ ਤੇ ਫਿਰ ਮਹਾਰਾਜ ਮਨੁੱਖਤਾ ਦੇ ਬੇੜਾ ਪਾਰ ਕਰਨ ਲਈ 52 ਅੱਖਰੀ ਸੁਖਮਨੀ ਸਾਹਿਬ ਇਹਦੀ ਮਹਾਰਾਜ ਕਿਵੇਂ ਉਥਾਨਕਾ ਬਣ ਰਹੇ ਹਨ। ਇਹ ਆਪ ਜੀ ਸਮੇਂ ਅਨੁਸਾਰ ਸਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ।